ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅਸੀਂ ਖੜੇ ਹਾਂ ਜੀ ਜੇ ਬਲਾਕ ਹਾਊਸਿੰਗ ਬੋਰਡ ਰਾਜਗੁਰੂ ਨਗਰ ਏਰੀਆ ਜੀ। ਸਾਡੇ ਲੁਧਿਆਣੇ ਦਾ ਬਹੁਤ ਹੀ ਪੌਸ਼ ਤੇ ਬਹੁਤ ਚੰਗਾ ਏਰੀਆ ਵਾ। ਜਿਹੜੇ ਏਰੀਏ ਦੇ ਵਿੱਚ ਅਸੀਂ ਖੜੇ ਹਾਂ, ਇੱਥੇ ਸਾਡੇ ਕੋਲੇ ਉਹ ਲੋਕ ਖੜੇ ਨੇ ਜਿਹੜੇ ਰੱਬ ਦਾ ਦਰਜਾ ਪ੍ਰਾਪਤ ਨੇ। ਅਸੀਂ ਇਹਨਾਂ ਨੂੰ ਰੱਬ ਹੀ ਕਹਾਂਗੇ, ਕਿਉਂਕਿ ਆਂਢ ਗੁਆਂਢ ਦੇ ਵਿੱਚ, ਆਪਣੇ ਆਸ-ਪਾਸ ਦੇ ਵਿੱਚ ਕਿਸੇ ਲੋੜਵੰਦ ਦੀ ਮਦਦ ਅੱਜ ਦੇ ਸਮੇਂ ਦੇ ਵਿੱਚ ਸਿਰਫ ਉਹੀ ਲੋਕ ਕਰਦੇ ਨੇ ਜਿਨ੍ਹਾਂ ਦੇ ਅੰਦਰ ਕਿਤੇ ਨਾ ਕਿਤੇ ਹਾਏ ਦਿਆ ਹੈਗੀ ਹੈ, ਕਿਸੇ ਦੇ ਅੰਦਰ ਦਰਦ ਹੈ। ਤੇ ਇਹ ਵੀਰ ਰਾਤ 12:30 ਵਜੇ ਸਾਡੇ ਕੋਲੇ ਸੰਸਥਾ ਤੇ ਗਏ। ਇਹਨਾਂ ਦੇ ਗਵਾਂਢ ਦੇ ਵਿੱਚ, ਇਹਨਾਂ ਦੇ ਆਸ-ਪਾਸ ਇੱਕ ਇਨਸਾਨ ਪਿਆ ਅੰਦਰ ਘਰ ਦੇ ਵਿੱਚ, ਜਿਹੜਾ ਮੌਤ ਤੇ ਜ਼ਿੰਦਗੀ ਦੀ ਲੜਾਈ ਦੇ ਵਿੱਚ ਹਾਰਿਆ ਹੀ ਪਿਆ ਇੱਕ ਕਿਸਮ ਦਾ। ਯਾਨੀ ਕਿ ਰਾਤ ਇਹਨਾਂ ਨੂੰ ਇਹ ਫਿਕਰ ਹੋ ਗਿਆ ਸੀ, ਦਰਵਾਜ਼ਾ ਇਹਨਾਂ ਨੇ ਯਾਨੀ ਕਿ ਖੋਲਿਆ ਧੱਕੇ ਨਾਲ, ਅੰਦਰੋਂ ਤੋੜ ਕੇ ਕੱਢਿਆ ਜਾਂ ਕਿੱਦਾਂ ਖੋਲਿਆ ਜੀ? ਤੋੜ ਕੇ ਕੱਢਿਆ ਇਹਨਾਂ ਨੇ ਰਾਤ ਨੂੰ। ਵੀ ਅੰਦਰ ਬੰਦਾ ਕਿੰਨੇ ਦਿਨਾਂ ਤੋਂ ਇਕੱਲਾ ਅੰਦਰ ਪਿਆ ਵਾ। ਅੰਦਰ ਵਾਟਰ ਫਿਲਟਰ ਜਿਹੜੇ ਬਾਹਰ ਵੀ ਲੱਗੇ ਹੋਏ ਬੋਰਡ ਆ, ਦੇਖੋ ਆਦੇ ਜਿਹੜੇ ਖਾਲੀ ਡੱਬੇ ਵਾਰੀ ਚਲਾਏ ਹੋਏ ਆ ਉਹਨੇ ਬਾਈ ਨੇ। ਇਹਨਾਂ ਦਾ ਕੰਮ ਕਰਦਾ, ਬਹੁਤ ਹੀ ਚੰਗਾ ਬੰਦਾ। ਪਿਛਲੇ 15-20 ਸਾਲਾਂ ਤੋਂ ਵੱਧ ਸਮੇਂ ਤੋਂ ਲੁਧਿਆਣੇ ਸ਼ਹਿਰ 'ਚ ਇਸ ਏਰੀਏ ਦੇ ਆਸ-ਪਾਸ ਹੀ ਕਿਤੇ ਰਹਿੰਦਾ। ਤੇ ਹੁਣ ਉਹ ਬਿਮਾਰ ਹੋ ਗਿਆ, ਘਰ ਵਾਲੀ ਉਹਦੀ ਛੱਡ ਕੇ ਚਲੇ ਗਈ, ਬੱਚੇ ਵੀ ਛੱਡ ਕੇ ਚਲੇ ਗਏ, ਮਾਂ-ਬਾਪ ਨਾਲ ਉਹਦਾ ਰਾਬਤਾ ਨਹੀਂਗਾ ਕਿਤੇ ਵੀ। ਤੇ ਉਹ ਇਕੱਲਾ ਹੀ ਅੰਦਰ ਪਿਆ, ਬਸ ਇੱਕ ਮੌਤ ਦਾ ਇੰਤਜ਼ਾਰ ਜਿਵੇਂ ਕਰ ਰਿਹਾ ਹੁੰਦਾ ਇਨਸਾਨ, ਇਦਾਂ ਪਿਆ ਸੁੱਕਿਆ ਪਿਆ ਅੰਦਰ, ਹੱਡੀਆਂ ਦਾ ਪਿੰਜਰ ਬਣਿਆ ਪਿਆ। ਇਹ ਬਾਈ ਜੀ ਤੁਹਾਡਾ, ਤੁਸੀਂ ਲੈਂਡਲੋਰਡ ਕੌਣ ਨੇ ਇਸ ਘਰ ਦੇ? ਇਹ ਬਾਈ ਜੀ ਇਸ ਘਰ ਦੇ ਲੈਂਡਲੋਰਡ ਨੇ, ਯਾਨੀ ਕਿ ਕਿਰਾਏ ਤੇ ਰੱਖਿਆ ਹੋਇਆ ਸੀ ਉਹਨਾਂ ਨੇ। ਬਾਈ ਤੁਹਾਨੂੰ ਮਤਲਬ ਆਈਡੀਆ ਹੋਇਆ ਵੀ ਇਹ ਬੰਦਾ ਦੇਖਿਆ? ਸਾਰੇ ਮਹੱਲੇ ਵਾਲੇ ਨਾ ਦੇਖਿਆ, ਦੋ ਤਿੰਨ ਵੀ ਕਈ ਦਿਨਾਂ ਤੋਂ ਦਿਖਿਆ ਨਹੀਂ। ਹਾਂ, ਅੰਦਰ ਲਾਈਟ ਵੀ ਬੰਦ ਸੀ। ਵੀ ਅਖਬਾਰ ਵੀ ਨਹੀਂ ਕੱਢਣ ਚੱਕਣਾ ਹੈ। ਤੇ ਅੱਜ ਫਿਰ ਇਹਨਾਂ ਨਾਲ ਉਹਦਾ ਬਾਈ ਦਾ ਨੰਬਰ ਲੈ ਕੇ ਉਹਦੇ ਤੁਹਾਨੂੰ ਪਰਿਵਾਰ ਨੂੰ ਵੀ ਮਿਲਾਉਂਦੇ ਆ, ਪਹਿਲਾਂ ਤੁਹਾਨੂੰ ਨਾਲ ਸਾਂਝ ਪਾਉਂਦੇ ਆ ਵੀਰ ਜੀ। ਹਾਂਜੀ ਮਿਲਦੇ ਆ ਜੀ, ਆ ਜਾਓ। ਆ ਦੇਖੋ, ਆ ਵਾਟਰ ਫਿਲਟਰ ਦਾ ਸਮਾਨ ਸਾਰਾ ਲੋਕਾਂ ਦੇ ਘਰਾਂ ਵਿੱਚ ਸਵੱਛ ਪਾਣੀ ਦਾ ਇੰਤਜ਼ਾਮ ਕਰਨ ਵਾਲਾ ਬੰਦਾ ਖੁਦ ਆਪ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ। ਅੱਜ ਤਾਂ ਇੱਥੇ ਸਫਾਈ ਕਰਤੀ। ਇਹਦੀ ਮੰਮੀ ਤੇ ਭੈਣ ਨੂੰ ਫੋਨ ਕਰਕੇ ਇਹਨਾਂ ਨੇ ਸੱਦਿਆ, ਵੀਰੇ ਹੁਣਾਂ ਨੇ, ਸਾਰਿਆਂ ਨੇ। ਉਹਨੇ ਆ ਕੇ ਭੈਣ ਨੇ ਇੱਥੇ ਅੰਦਰ ਸਫਾਈ ਕਰਤੀ। ਨਹੀਂ ਤਾਂ ਅੰਦਰ ਬਹੁਤ ਮਾੜੇ ਹਾਲਾਤ ਸੀ, ਗੰਦਗੀ ਪਈ ਸੀ, ਕਿਉਂਕਿ ਇਹ ਤਾਂ ਵੀਰ ਆਪ ਵਿਚਾਰਾ ਇਸ ਹਾਲਾਤ ਦੇ ਵਿੱਚ ਪਿਆ ਵੀ ਉਹ ਪਾਣੀ ਵੀ ਨਹੀਂ ਚੱਕ ਕੇ ਪੀ ਸਕਦਾ ਸੀ। ਦੇਖੋ ਕਿਹੜੇ ਹਾਲਾਤ ਦੇ ਵਿੱਚ ਇੱਕ ਇਨਸਾਨ, ਸਿਰਫ ਕੱਪੜੇ ਹੀ ਦਿਖਾਈ ਦਿੰਦੇ ਆ, ਸ਼ਾਇਦ ਵੀਡੀਓ ਦੇ ਵਿੱਚ ਥੋੜਾ ਜਿਹਾ ਫੁੱਲ ਵੱਧ ਕੇ ਦਿਖਾਈ ਦਿੰਦਾ ਇਨਸਾਨ, ਪਰ ਅਸਲੀਅਤ ਦੇ ਵਿੱਚ ਹੱਡੀਆਂ ਦਾ ਪਿੰਜਰ ਬਣਿਆ ਪਿਆ। ਬਾਈ ਸਤਿ ਸ੍ਰੀ ਅਕਾਲ। ਕੀ ਨਾਂ ਤੇਰਾ? ਕੀ ਨਾਂ ਤੇਰਾ? ਬੋਲ, ਹੌਸਲਾ ਰੱਖ। ਹੁਣ ਤਾਂ ਮੰਮੀ ਵੀ ਆ ਗਈ, ਭੈਣ ਵੀ ਆ ਗਈ ਹੈ ਬਾਈ। ਹੁਣ ਹੌਸਲਾ ਕਰ ਥੋੜਾ ਜਿਹਾ। ਆ ਜਾਓ ਭੈਣ, ਤੁਸੀਂ ਭੈਣ ਹੋ? ਰੋ ਨਾ ਮੇਰੀ ਭੈਣ, ਰੋ ਨਾ। ਓ ਵਾਹਿਗੁਰੂ। ਇਹ ਮਾਤਾ ਜੀ ਨੇ ਜੀ, ਹੈ ਨਾ। ਤੇ ਮਾਤਾ ਜੀ ਤੁਹਾਡਾ ਕੀ ਨਾਂ? ਕ੍ਰਿਸ਼ਨਾ। ਭੈਣ ਤੁਹਾਡਾ? ਰੋਸ਼ਨੀ। ਇਹਦਾ ਨਾਮ ਪਿਆ ਜਿਹੜਾ ਰਜਨੀ, ਇਹਦਾ ਨਾਮ ਹੈਗਾ ਸ਼ਿਵਾ। ਸੁਭਾਸ਼ ਇਹਦਾ ਪੂਰਾ ਨਾਮ ਆ। ਤੇ ਸ਼ਿਵਾ ਵਾਟਰ ਫਿਲਟਰਾਂ ਦਾ ਕੰਮ ਕਰਦਾ। 17-18 ਸਾਲਾਂ ਦੀ ਇਹਦੀ ਬੇਟੀ ਹੈ, ਇੱਕ ਬੱਚੀ। ਉਹ ਅਲੱਗ ਹੋ ਗਏ, ਪਤਾ ਨਹੀਂ ਕਿੱਥੇ ਨੇ ਉਹ। ਸੁਭਾਸ਼, ਉਹ ਸ਼ਿਵਾ, ਤੇਰਾ ਆਪਣੇ ਘਰ ਵਾਲੀ ਨਾਲ ਗੱਲਬਾਤ ਹੁੰਦੀ ਆ? ਕਿੰਨੇ ਸਾਲ ਹੋ ਗਏ? 10 ਸਾਲ? ਕਦੇ ਵੀ ਨਹੀਂ ਆਈ ਉਹ ਭੈਣ? ਉਹਨੇ ਫਿਰ ਅੱਗੇ ਵਿਆਹ ਡਿਵੋਰਸ ਹੋ ਗਿਆ ਤੁਹਾਡਾ? ਤਲਾਕ ਹੋ ਗਿਆ? ਅੱਛਾ, ਤਲਾਕ ਹੋ ਗਿਆ ਸੀ। ਫਿਰ ਬੱਚੀ ਤੇਰੀ ਤੇ ਉਹਦੀ ਇਹ ਖਰਚਾ ਖੁਰਚਾ ਇਹਨੇ ਪੜਾਇਆ ਨਹੀਂ ਕੁੜੀ ਨੂੰ? ਫਿਰ ਇਹਨੇ ਪੜਾਇਆ? ਇਹ ਵੀ ਤੂੰ 2 ਲੱਖ ਰੁਪਏ ਸਾਲ ਦਾ ਭਰਦਾ ਸੀ ਸਕੂਲ ਦਾ। ਅੱਛਾ, ਸਕੂਲ ਦਾ 10,000 ਰੁਪਏ ਮਹੀਨੇ ਦਾ ਲਗਭਗ ਜਾਨੀ ਕਿ ਇਹ ਦਿੰਦਾ ਸੀਗਾ। ਤੂੰ ਵਾਟਰ ਫਿਲਟਰਾਂ ਦਾ ਹੀ ਕੰਮ ਕਰਦਾ ਸੀ? ਹਾਂਜੀ। ਆਹ ਘਰ 'ਚ ਕਿੰਨੇ ਸਾਲਾਂ ਤੋਂ ਰਹਿ ਰਿਹਾ ਜੀ? ਕਿੰਨੇ ਟਾਈਮ? ਅੱਛਾ, ਹੁਣ ਹੀ ਲਿਆ ਇਹਨੇ ਘਰ। ਪਹਿਲਾਂ ਕਿੱਥੇ ਰਹਿੰਦਾ ਸੀ ਜੀ? ਇੱਥੇ ਕਿਤੇ ਹੋਰ? ਅੱਛਾ ਜੀ, ਅੱਛਾ ਉੱਥੇ ਰਹਿੰਦਾ ਸੀ। ਕੋਈ ਟੈਸਟ ਕਰਾਇਆ ਤੂੰ ਆਪਦੇ? ਟੈਸਟ ਕੀ ਨਿਕਲਿਆ ਉਹਦੇ 'ਚ? ਕਿੱਥੇ ਆ ਟੈਸਟ? ਰਿਪੋਰਟਾਂ ਕਿੱਥੇ ਪਈਆਂ? ਪਹਿਲਾਂ ਤੂੰ ਸਫਾਈ ਕੀਤੀ, ਕੋਈ ਰਿਪੋਰਟਾਂ ਮਿਲੀਆਂ ਤੈਨੂੰ? ਨਹੀਂ ਜੀ, ਸਾਨੂੰ ਕੁਝ ਨਹੀਂ ਮਿਲਿਆ ਇਹਦਾ। ਬਲੱਡ ਦੇ ਸੈਂਪਲ ਦੇ ਕਿਤੇ ਕਢਾਏ ਹੋਣੇ ਨੇ, ਕੀਤੇ ਹੁਣ। ਕਿੱਥੇ ਪਈਆਂ ਰਿਪੋਰਟਾਂ? ਹੈ ਬੋਲ ਨਹੀਂ ਹੁੰਦਾ? ਬੋਲਿਆ ਨਹੀਂ ਜਾਂਦਾ। ਐਤਵਾਰ ਨੂੰ ਵਧੀਆ ਬੋਲਦਾ ਸੀ। ਤੁਸੀਂ ਜਿੱਦਣ ਆ ਕੇ ਗਏ ਹੋ ਹਨਾ, ਤੇ ਤੁਸੀਂ ਭੈਣੇ ਫਿਰ ਉਦੋਂ ਕਾਹਤੋਂ ਨਹੀਂ ਕੀਤੀ ਗੱਲਬਾਤ? ਕੋਈ ਮਹੱਲੇ ਵਾਲਿਆਂ ਨਾਲ, ਕੋਈ ਰਿਸ਼ਤੇਦਾਰੀ 'ਚ ਕਿਤੇ ਨਾਲ ਤਾਂ ਗੱਲ ਕਰਦੇ। ਮੀਂਹ ਪੈਂਦਾ ਸੀ ਜੀ, ਸਾਨੂੰ ਸੀ ਕਿਸੇ ਨੂੰ ਜਾਣਦੇ ਨਹੀਂ, ਵਾਸਤਾ ਨਹੀਂ। ਮੈਂ ਕਿਹਦੇ ਘਰੇ ਵੜਦੀ ਜੀ? ਫਿਰ ਤੁਸੀਂ ਇਹਨੂੰ ਉਸੇ ਹਾਲਾਤ 'ਚ ਛੱਡ ਕੇ ਫਿਰ ਚਲੇ ਗਏ ਵਾਪਸ? ਨਹੀਂ,
ਸਕਦਾ, ਮੈਂ ਜਾਣਾ ਨਹੀਂ ਨਾਲ। ਕਹਿੰਦਾ ਮੈਂ ਜਾਣਾ, ਮੈਂ ਠੀਕ ਹੋ ਕੇ ਆਉਂਗਾ ਕਹਿੰਦਾ ਤੁਹਾਡੇ ਕੋਲ। ਹਾਂ ਸ਼ਿਵਾ ਬੋਲ ਕੇ ਥੋੜੀ ਜਿਹੀ ਹਿੰਮਤ ਕਰਕੇ ਬੋਲ। ਪਾਣੀ ਪਿਲਾਵਾਂ? ਆ ਪਿਆ ਜੀ ਬੰਦ। ਆਲੇ ਪਾਣੀ ਪੀ ਲੈ ਘੁੱਟ ਕੇ। ਥੋੜੀ ਜਿਹੀ ਹਿੰਮਤ ਜੀ ਕਰਕੇ ਬੋਲ ਗੱਲ ਕੀ ਆ, ਫਿਰ ਤੈਨੂੰ ਹਸਪਤਾਲ ਦਾਖਲ ਵੀ ਕਰਾਉਣਾ ਨਾ। ਜੇ ਪਤਾ ਲੱਗੂਗੀ ਸਮੱਸਿਆ ਤਾਂ ਹੀ ਦਾਖਲ ਕਰਾਵਾਂਗੇ। ਪਾਣੀ ਵੀ ਪ੍ਰਾਰਥਨਾ ਨਾਲ ਇਹ ਪ੍ਰਾਰਥਨਾ ਵਾਲਾ ਪਾਣੀ ਹੈ ਜੀ, ਜਿਹਨੂੰ ਮੰਨਦਾ ਹੈ ਨਾ ਉਹ ਫਿਰ ਲਿਆਂਦਾ ਸੀ ਮੈਨੂੰ, ਕਹਿੰਦਾ ਪ੍ਰਾਰਥਨਾ ਵਾਲਾ ਪਾਣੀ ਦੇ ਦੇ ਮੈਨੂੰ, ਨਾਲੇ ਤੇਲ ਦੇ। ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ। ਅਸੀਂ ਸਾਰੇ ਹੀ ਪ੍ਰਾਰਥਨਾ ਕਰਦੇ ਆਂ ਭਰਾਵਾ, ਸਾਰੇ ਕਰਾਂਗੇ। ਜਨ ਕੀ ਅਰਦਾਸ ਬਿਰਥੀ ਨਹੀਂ ਜਾਂਦੀ, ਠੀਕ ਆ। ਜਿੰਨੇ ਲੋਕ ਇੱਥੇ ਤੇਰੇ ਆਲੇ ਦੁਆਲੇ ਖੜੇ ਆ ਨਾ, ਇਹ ਸਾਰੇ ਤੇਰੇ ਲਈ ਦੁਆਵਾਂ ਕਰ ਰਹੇ ਨੇ, ਅਰਦਾਸ ਕਰ ਰਹੇ ਨੇ। ਫਿਕਰ ਨਾ ਕਰ, ਤੂੰ ਠੀਕ ਹੋ ਜਾਣਾ। ਹੁਣ ਤੂੰ ਮੈਨੂੰ ਦੱਸ, ਕੋਈ ਰਿਪੋਰਟ ਪਈ ਹੈ ਇੱਥੇ ਤੇਰੇ ਕੋਲੇ? ਕਿੱਥੇ ਰਿਪੋਰਟਾਂ ਤੇਰੀਆਂ? ਫਿਰ ਕੱਲੇ ਬੋਤਲ ਹੀ ਲਵਾਉਂਦਾ ਸੀ ਵੀਰੇ। ਖੂਨ ਦਾ ਸੈਂਪਲ ਕਢਾਇਆ ਨਹੀਂ ਕਦੇ? ਕੋਈ ਜ਼ਖਮ ਵੀ ਆ? ਸੂਈ ਦੁਖਦੇ ਸੀ ਡਾਕਟਰ। ਹੱਡੀਆਂ ਨਿਕਲੀਆਂ ਪਈਆਂ ਕੱਲੀਆਂ। ਵਾਹ ਤੇ ਇੱਥੇ ਦਰਦ ਹੁੰਦਾ ਆ ਜਗ੍ਹਾ ਤੇ? ਥੱਲੇ ਵੀ ਇੱਥੇ ਵੀ ਹੁੰਦਾ ਆ ਜਗ੍ਹਾ ਤੇ? ਕਿ ਆਪ ਸਾਈਡਾਂ ਤੇ? ਆ ਸਾਈਡਾਂ ਤਾਂ ਹੁੰਦੀਆਂ। ਮੂੰਹ ਖੋਲ, ਮੂੰਹ ਆ ਕਰ, ਪੂਰਾ ਮੂੰਹ ਖੋਲ ਵੱਡਾ। ਮੂੰਹ ਖੋਲ ਵੱਡਾ, ਆ ਹੋਰ ਖੋਲ। ਜੀਭ ਕੱਢ ਬਾਹਰ ਨੂੰ, ਜੀਭ ਕੱਢ ਬਾਹਰ। ਅੱਛਾ, ਜਦੋਂ ਤੁਸੀਂ ਹਫ਼ਤਾ ਪਹਿਲਾਂ ਆਏ ਸੀ ਉਦੋਂ ਵੀ ਇਹੀ ਹਾਲਤ ਸੀ ਕਿ ਥੋੜਾ ਤਕੜਾ ਸੀ ਉਦੋਂ? ਸੰਡੇ ਨੂੰ ਤਾਂ ਬੋਲ ਲਿਆ ਸਾਡੇ ਨਾਲ, ਸਾਨੂੰ ਆਖਦਾ ਇੱਥੇ ਬਹਿ ਜਾ। ਅੱਛਾ ਜੀ। ਸੰਡੇ ਨੂੰ ਮੇਰੀ ਗੱਲ ਉਹਨੇ ਜੀ ਸੈਂਪਲ ਸੁੰਪਲ ਕੋਈ ਖੂਨ ਦਾ ਲਿਆ ਸੀ ਡਾਕਟਰ ਨੇ? ਨਾ ਨਾ ਸਿੰਪਲ ਕੁਛ ਨਹੀਂ ਲੱਗਦਾ। ਤੈਨੂੰ ਬਿਮਾਰੀ ਕੀ ਇਹਨੂੰ ਤੁਹਾਨੂੰ ਕਿਹਨੇ ਕਿਹਾ ਸੀਗਾ ਜੀ ਪਹਿਲਾਂ ਜਿਹੜੀ ਗੱਲ ਕਰਦੇ ਕੋਈ ਬਿਮਾਰੀ? ਹਾਂਜੀ ਜਿਹੜੇ ਸਾਲਾ ਸਾਹਿਬ ਦਾ ਨੰਬਰ ਤੇ ਅਸੀਂ ਗੱਲ ਕੀਤੀ ਆ, ਉਹ ਦਿਓ ਨੰਬਰ। ਸਾਡਾ ਇਹਨਾਂ ਦਾ ਲਿੰਕ ਕੋਈ ਨਹੀਂ ਜੀ। ਉਹਨਾਂ ਨੇ ਕਿਹਾ ਹੈਪੇਟਾਈਟਸ ਬੀ ਜਾਂ HIV ਹੋ ਸਕਦੇ ਆ ਜੀ, ਜਿਸ ਤਰ੍ਹਾਂ ਵੀ ਪ੍ਰੋਬਲਮ ਆ ਇਹਨਾਂ ਨੂੰ, ਕਹਿੰਦੇ ਸਾਡਾ ਲਿੰਕ ਕੋਈ ਨਹੀਂ ਇਹਦੇ ਨਾਲ। ਬੋਲੋ ਨੰਬਰ। ਮੈਂ ਕਿਹਾ ਇਹਨਾਂ ਦਾ ਕੋਈ ਪੇਰੈਂਟਸ ਦਾ ਨੰਬਰ ਦੇ ਦਿਓ। ਉਹ ਕਹਿੰਦੇ ਸਾਡੇ ਕੋਲ ਡੈਰੀ ਹੈ ਨਹੀਂ, ਵਾਈਫ ਕਹਿੰਦੇ ਇਹਨਾਂ ਦੀ ਦੁਗਰੀ ਰਹਿੰਦੀ ਹੈ। 1 ਮਿੰਟ ਨੰਬਰ ਦੇ ਰਹੇ ਜੀ। ਹਾਂਜੀ ਬਾਈ ਜੀ 98818 881 ਜੀ 98881 82912 ਜੀ 82912। ਇਹ ਨੰਬਰ ਤੁਹਾਨੂੰ ਇੱਥੋਂ ਮਿਲੇ? ਇੱਥੋਂ ਮਿਲੇ ਇਹਨਾਂ ਦੇ ਮੋਬਾਈਲ। Facilities temporarily unavailable on this number. Incoming call सुविधा अभी इस नंबर पर अस्थायी रूप से उपलब्ध नहीं है। ਉਹਨਾਂ ਨੇ ਆਪਣਾ ਬੰਦ ਨੰਬਰ ਤੇ ਜਿਵੇਂ ਕਾਲ ਡਵਾਟ ਵਗੈਰਾ ਲਾ ਲਈ ਕਿਤੇ। ਆਹੀ ਨੰਬਰ ਸੀਗਾ ਜੀ 98881 ਹੈ? ਹਾਂਜੀ 82912। ਹਾਂਜੀ 9888 182912। ਕੀ ਹਾਲ ਕਰ ਲਿਆ ਤੂੰ ਪਿਆ ਨੇ ਘਰੇ? ਹੈ ਤੂੰ ਘਰੇ ਆਪਣੇ ਕੋਈ ਤੇਰਾ ਦੋਸਤ ਨਹੀਂ ਇੱਥੇ ਸ਼ਹਿਰ 'ਚ? ਕੋਈ ਵੀ ਤੇਰਾ ਕੋਈ ਦੋਸਤ ਨਹੀਂਗਾ? ਦੋਸਤ ਹੈ ਨਹੀਂ ਕੋਈ? ਫਿਰ ਦੋਸਤ ਵੀ ਨਹੀਂ ਕੰਮ ਆਇਆ ਕੋਈ? ਤੂੰ ਕਿਹੜੇ ਹਸਪਤਾਲ ਤੋਂ ਦਵਾਈ ਲੈਂਦਾ ਸੀ ਪਹਿਲਾਂ? ਹੁਣ ਤਾਂ ਚਲੋ ਬਿਮਾਰ ਹੋ ਗਿਆ, ਪਹਿਲਾਂ ਕਿਤੋਂ ਦਵਾਈ ਚੱਲਦੀ ਸੀ ਤੇਰੀ? ਨਹੀਂ ਕਹਿੰਦੇ ਕੀ ਦੱਸਿਆ ਤੁਹਾਨੂੰ ਇਹਨੇ? ਤੁਹਾਡੇ ਨਾਲ ਗੱਲ ਹੋਈ ਹੋਊਗੀ। ਮੈਂ ਤਾਂ ਕੀ ਗੱਲ ਹੋ ਗਈ? ਘਰੋਂ ਕਿੰਨੇ ਕੁ ਟਾਈਮ ਦਾ ਨਿਕਲਿਆ ਹੋਇਆ? ਇਹ ਤਾਂ 1995 ਦਾ 96 ਦਾ ਹੀ ਇੱਥੇ ਹੀ ਰਹਿੰਦਾ ਜੀ। ਮਾਤਾ ਦੇ ਵਿਚਾਰੀ ਦੇ ਕਰਮ ਮਾੜੇ। ਦੇਖੋ ਮਾਂ ਸਾਡੇ ਨਾਲ ਗੱਡੀ 'ਚ ਬੈਠ ਕੇ ਆਈ ਆ, ਹੋ ਗਏ ਇਹਨੂੰ ਇੱਥੇ ਆਈ ਨੂੰ। ਲੁਧਿਆਣੇ ਆਏ ਨੂੰ। ਹਾਂਜੀ ਜਦੋਂ ਅਸੀਂ ਇੱਥੇ ਪਹਿਲਾਂ ਵਾਟਰ ਫਿਲਟਰਾਂ ਦਾ ਕੰਮ ਸਿੱਖਿਆ, ਫਿਰ ਇੱਥੇ ਕੰਮ ਕਰਨ ਲੱਗ ਗਿਆ, ਵਿਆਹ ਕਰਾ ਲਿਆ, ਇੱਥੇ ਹੀ ਰਹਿ ਰਿਹਾ। ਵਿਆਹ 'ਚ ਵੀ ਮਾਂ ਪਿਓ ਨੂੰ ਨਹੀਂ ਸੱਦਿਆ, ਇਕੱਲੇ ਨਹੀਂ ਵਿਆਹ ਕਰਾ ਲਿਆ ਦੱਸਦੇ ਆ। ਤੇ ਇਹ ਮਾਂ ਵਿਚਾਰੀ ਕ੍ਰਿਸ਼ਨਾ ਸਾਡੇ ਨਾਲ ਗੱਡੀ 'ਚ ਹੁਣ ਬੈਠ ਕੇ ਆਈ ਆ ਉੱਥੋਂ ਸੰਸਥਾ ਤੋਂ। ਇਹਨੇ ਸਾਨੂੰ ਜਿਹੜੀਆਂ ਗੱਲਾਂ ਦੱਸੀਆਂ, ਇਹਦੇ ਘਰ ਵਾਲਾ ਵੀ ਮੰਜੇ ਤੇ ਪਿਆ, ਬਾਪੂ ਇਹਦਾ,
ਉਹਦਾ ਚੂੜਾ ਟੁੱਟਿਆ ਹੋਇਆ ਹੈ ਨਾ। ਮਾਤਾ ਆਪਣੇ ਦੋਤੀ ਦੇ ਨਾਲ ਰਹਿ ਕੇ ਆਪਣਾ ਦਿਨ ਕੱਟਦੀ ਹੈ, ਲੋਕਾਂ ਦੇ ਘਰਾਂ 'ਚ ਕੰਮ ਕਰਕੇ ਆਪਣਾ ਰੋਟੀ ਪਾਣੀ ਖਾਣ ਜੋਗਾ ਕਰਦੀ ਆ। ਤੇ ਜਾਂ ਇਹਦੀ ਭੈਣ ਆ ਜਿਹੜੀ ਉਹ ਆਟਾ ਦਾਲ ਦੇ ਦਿੰਦੀ ਹੈ ਮਾੜੀ ਮੋਟੀ। ਇਹ ਇੱਥੇ ਇਕੱਲਾ ਹੀ ਰਹਿ ਰਿਹਾ, ਲਿੰਕ ਹੀ ਨਹੀਂ ਸੀ। ਮਾਤਾ ਕਹਿੰਦੀ 12-13 ਸਾਲਾਂ ਬਾਅਦ। ਮਾਤਾ ਤੁਸੀਂ ਅੱਜ ਤੋਂ 8 ਦਿਨ ਪਹਿਲਾਂ ਆਏ ਹੈ ਐ ਕਹਿੰਦੇ ਤੁਸੀਂ? ਹਾਂਜੀ ਹਾਂਜੀ ਜਦੋਂ ਇਹਦੀ ਕੁੜੀ 3 ਸਾਲਾਂ ਦੀ ਸੀ ਉਦੋਂ ਆਏ ਸੀ। ਹੁਣ ਕੁੜੀ ਇਹਦੀ 17 ਸਾਲਾਂ ਦੀ ਹੋ ਗਈ ਹਾਂਜੀ ਦੀ ਹੋ ਗਈ। ਤੇ ਬਾਈ ਤੁਸੀਂ ਕਹਿੰਦੇ ਜਾਣਦੇ ਹੋ? ਹਾਂਜੀ। ਇਹ ਕੀ ਮਤਲਬ ਅੱਗੇ ਆ ਜਾ ਮੜਾ ਜਾ। ਇਹ ਜਾਣਦਾ ਬਾਈ? ਜੀਜਾ ਜੀ ਅੱਛਾ ਤੁਸੀਂ ਇਹਨਾਂ ਦੇ ਜੀਜਾ? ਤਪੇ ਤੋਂ ਆਏ ਨੇ। ਅੱਛਾ ਅੱਛਾ ਤੁਸੀਂ ਇਹਨਾਂ ਦੇ ਨਾਲ ਹੀ ਆਏ ਹੋ? ਨਹੀਂ ਨਹੀਂ ਮੈਂ ਕਿ ਤੇਰੇ ਨਾਲ ਦਾ ਕੋਈ ਕੰਮ ਕਰਨ ਵਾਲਾ ਬੰਦਾ ਆ। ਠੀਕ ਆ। ਤੇ ਫਿਰ ਬੇਬੇ ਜਾਨੀ ਕਿ ਤੁਹਾਨੂੰ ਇਹਦੇ ਬੱਚੇ ਹੋਏ ਜਾਂ ਕਿਤੇ ਵੀ ਨਹੀਂ ਬੁਲਾਇਆ ਇਹਨੇ ਕਦੇ? ਨਹੀਂ ਜੀ ਸਾਨੂੰ ਕੋਈ ਲਿੰਕ ਨਹੀਂ ਰਿਹਾ। ਫਿਰ ਜਦੋਂ ਇਹਦਾ ਤਲਾਕ ਹੋਇਆ ਜਾਂ ਘਰ ਦਾ ਰੌਲਾ ਖਤਮ ਪੈ ਗਿਆ ਉਦੋਂ ਵੀ ਨਹੀਂ ਆਏ ਤੁਸੀਂ? ਨਹੀਂ ਜੀ ਸਾਨੂੰ ਮਰਜ਼ੀ ਨਹੀਂ ਕਰਾਇਆ ਸੀ। ਕਦੋਂ ਕੁੜੀ ਹੋਈ ਆ ਜੀ ਇਹਦੇ ਬਲਜੀਤ ਡਾਕਟਰ ਦੇ ਫਾਟਕਾ ਕੋਲੇ ਰਾਮਪਰੇ, ਉਦੋਂ ਮੈਨੂੰ ਇਹਨੇ ਸੱਦਿਆ, ਕਹਿੰਦਾ ਮੰਮੀ ਕੁੜੀ ਹੋਈ ਆ। ਮੈਂ ਆ ਗਈ ਤੇ ਮੈਂ ਇਹਦੀ ਬਹੂ ਨੂੰ ਮੈਂ ਬੁਲਾਇਆ, ਮੇਰੇ ਨਾਲ ਬੋਲੀ ਨਹੀਂ ਇਹਦੀ ਬਹੂ ਜੀ। ਮੈਂ ਕੁੜੀ ਨੂੰ ਲੈ ਕੇ 2 ਆ ਗਈ। ਇਹਨੇ ਆਖਿਆ ਮੰਮੀ ਬੁਲਾਈ ਜਾਂਦੀ ਹੈ ਜੋਤੀ, ਬੋਲ ਪਏ, ਪਿੱਠ ਕਰਕੇ ਪੈ ਗਈ ਜੀ। ਇਹ ਮੈਨੂੰ ਕਹਿੰਦਾ ਮੰਮੀ ਦਾ ਸੁਭਾਅ ਹੀ ਇਹ ਜਾ। ਚੱਲ ਮੈਂ ਚੁੱਪ ਕਰਕੇ ਆ ਗਈ ਜੀ। ਫਿਰ ਪਤਾ ਲੱਗਿਆ ਤੁਹਾਡੇ ਕਿੰਨੇ 2 ਬੱਚੇ ਆ? ਬੇਟੇ? 2 ਬੇਟੀਆਂ 2 ਬੇਟੇ? ਹਾਂਜੀ। ਬੇਟੀਆਂ? ਕੁੜੀ ਮੇਰੀ ਭੋਲੀ ਹੈ, ਉਹ ਕਿਰਾਏ ਤੇ ਰਹਿੰਦੀ ਹੈ ਢਿਲਮਾ। ਠੀਕ ਆ। ਤੇ ਇਹ ਇੱਕ ਦੂਜਾ ਮੁੰਡਾ ਵੀ ਲੱਗ ਰਹਿੰਦਾ ਤੁਹਾਨੂੰ? ਹਾਂਜੀ ਉਹ ਵੀ ਅੱਡੀ ਹੈ, ਜਿੱਦੇ ਦਾ ਵਿਆਹ ਕਰਾਇਆ। ਠੀਕ ਆ ਮਾਤਾ। ਤੁਸੀਂ ਜਦੋਂ ਅੱਜ ਤੋਂ 8 ਦਿਨ ਪਹਿਲਾਂ ਇਹਨੇ ਫੋਨ ਕੀਤਾ ਸੀ ਤੁਹਾਨੂੰ ਹਾਂਜੀ ਵੀ ਮੈਨੂੰ ਮਿਲ ਕੇ ਜਾਓ ਮਾਤਾ ਮੈਂ ਬਿਮਾਰ ਹਾਂ? ਉਦੋਂ ਵੀ ਹੌਲੀ ਹੌਲੀ ਬੋਲਦਾ ਸੀ। ਉਦੋਂ ਮਾੜੀ ਸਾਨੂੰ ਵੇਖ ਕੇ ਹੌਸਲੇ ਨਾਲ ਪੂਰੀਆਂ ਵਧੀਆ ਗੱਲਾਂ ਕੀਤੀਆਂ। ਫਿਲਟਰ ਵੀ ਇਹਨੇ ਪੈਕ ਕੀਤਾ ਜੀ। ਫਿਰ ਤੁਸੀਂ ਵਾਪਸ ਚਲੇ ਗਏ? ਉਦੋਂ ਬਾਅਦ ਤੁਹਾਡੇ ਨਾਲ ਫੋਨ ਤੇ ਗੱਲ ਨਹੀਂ ਹੋਈ ਫਿਰ ਇਹਨਾਂ ਦਿਨਾਂ ਚ? 4-5 ਦਿਨਾਂ ਚ ਫੋਨ ਹੀ ਨਹੀਂ ਚੱਕਿਆ ਜੀ। ਮੈਂ ਫੋਨ ਦਿਨ ਵਿੱਚ ਦੀ ਘੱਟ 10 ਕਰਦੀ ਸੀ ਜੀ, ਚੱਕੇ ਹੀ ਨੇ। ਪਤਾ ਇਹਨੂੰ ਸੁੱਤੀ ਆਂਢ ਗੁਆਂਢ ਵਾਲੇ ਨੇ ਰਾਤ ਫੋਨ ਕੀਤੇ ਜੀ ਸਾਡੇ। 12 ਵਜੇ ਫੋਨ ਕੀਤਾ ਜੀ ਇਹਨਾਂ ਨੇ ਮੈਨੂੰ। ਮੈਂ ਫੋਨ ਸਰਾਣੇ ਰੱਖ ਕੇ ਪੈਂਦੀ ਸੀ, ਮੈਂ ਕਿਹਾ ਕਿਸੇ ਪਾਸੇ ਆ ਨਾ ਜਾਵੇ। ਫੋਨ ਲੱਭ ਕੇ ਨਾ ਬਾਈ ਜੀ ਫਿਰ ਚਾਰਜ ਤੇ ਲਾ ਕੇ ਅਸੀਂ ਨੰਬਰ ਲੱਭ ਕੇ ਕਾਲ ਕੀਤੀ ਇਹਦੇ ਮਾਤਾ ਜੀ ਨੂੰ। ਦੇਖੋ ਕਈ ਵਾਰੀ ਬੰਦਾ ਦੇਖੋ ਸਾਰਾ ਕੁਝ ਕੰਮਕਾਰ ਹੈਗਾ, ਬਿਜ਼ਨਸ ਆ ਵਧੀਆ, ਤੇ ਫਿਰ ਵੀ ਇਕੱਲਾ ਰਹਿ ਜਾਂਦਾ ਬੰਦਾ। ਦੇਖੋ ਅੱਜ ਦੇ ਸਮਾਜ ਦੇ ਵਿੱਚ, ਸਾਡੇ ਸਮਾਜ ਦੀ ਅੱਜ ਦੀ ਇਹ ਸੌੜੀ ਤਸਵੀਰ ਆ, ਇਹ ਕੌੜਾ ਸੱਚ ਆ। ਹਾਂ ਵੀਰੇ ਦੱਸ ਬਹਿਣਾ? ਹਾਂ ਤੁਹਾਨੂੰ ਉਠਾ ਲੈਣਾ। ਮਤਲਬ ਪਿੱਛੇ ਬਹਿ ਜਾ ਭੈਣੇ, ਤੂੰ ਮਾੜੀ ਢੋ ਲਾ ਕੇ ਬਹਿ ਜਾ ਪਿੱਛੇ। ਚਾਹ ਪਿਆਤੀ ਸੀ 2 ਢੋ ਨਾਲ ਜਿਹਨੂੰ ਹੋ ਜਾ ਥੋੜਾ ਜਿਹਾ ਹੋਰ, ਤੈਨੂੰ ਢੋ ਲਾ ਲੂ ਮਾੜਾ ਜੀ। ਬਹਿ ਨਾ ਕੋਈ ਨਾ, ਫਿਕਰ ਨਾ ਕਰ, ਠੀਕ ਹੋ ਜਾਣਾ ਬਾਈ ਤੂੰ। ਠੀਕ ਆ? ਸੰਗਤ ਨਾ ਰੱਬ ਦਾ ਰੂਪ ਹੁੰਦੀ ਆ। ਸੰਗਤ ਖੜੀ ਆ, ਤੇਰਾ ਘਰ ਭਰਿਆ ਪਿਆ, ਬਾਹਰ ਤੱਕ ਖੜੇ ਨੇ ਲੋਕ, ਸਾਰੇ ਤੇਰੀ ਮਦਦ ਲਈ ਆਏ ਨੇ। ਠੀਕ ਆ? ਵਾਹਿਗੁਰੂ ਮਿਹਰ ਕਰਨਗੇ, ਤੂੰ ਫਿਕਰ ਨਾ ਕਰ। ਠੀਕ ਆ? ਵਾਹਿਗੁਰੂ 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 ਸਤਿਨਾਮ ਸ਼੍ਰੀ ਵਾਹਿਗੁਰੂ। ਹੁਣ ਦੱਸ ਕੁਛ ਕਹਿਣਾ? ਆਪਾਂ ਨੂੰ ਹਸਪੀਟਲ ਲੈ ਕੇ ਜਾਈਏ ਜੀ, ਹੈ ਨਾ? ਠੀਕ ਨਹੀਂ ਹੈਗਾ ਫਿਰ ਜ਼ਿਆਦਾ ਲੇਟ ਆਪਾਂ ਕੰਮ। ਤੁਸੀਂ ਲਾਓ ਕੋਈ ਗੱਡੀ, ਕੋਈ ਹੈਗੀ ਤੁਹਾਡੇ ਲਈ? ਲਾਓ ਤਾਂ ਆਪਾਂ ਗੱਡੀ 'ਚ ਬਿਠਾ ਲੈਂਦੇ ਹਾਂ ਨਾ ਚੱਕ ਕੇ। ਤੇ ਦੀਪਕ ਹਸਪਤਾਲ 'ਚ ਤੁਸੀਂ ਲੈ ਚੱਲੋ, ਮੈਂ ਉੱਥੇ ਕਾਲ ਕਰ ਦਿੰਦਾ ਡਾਕਟਰ ਨੂੰ। ਤੁਸੀਂ ਕੋਲੇ ਰਹਿਣਾ ਬੂ ਭੈਣੇ ਤੁਹਾਨੂੰ ਮਾਤਾ। ਠੀਕ ਆ? ਹਸਪਤਾਲ 'ਚ। ਅੱਛਾ ਹਾਂਜੀ ਇਹਦੇ ਕੋਲੇ ਇੱਕ ਜਣੇ ਨੂੰ ਤੁਹਾਡੇ ਚੋਂ ਰਹਿਣਾ ਪਊ ਪਰਿਵਾਰ 'ਚੋਂ। ਅਸੀਂ ਇਹਨੂੰ ਹਸਪਤਾਲ 'ਚ ਦਾਖਲ ਕਰਾ ਦਿੰਦੇ ਹਾਂ, ਇਲਾਜ ਹੋ ਜੂ ਇਹਦਾ। ਪਰ ਇੱਕ ਪਰਿਵਾਰਕ ਮੈਂਬਰ ਚਾਹੀਦਾ ਹੋਊਗਾ ਸਾਨੂੰ ਉੱਥੇ। ਠੀਕ ਆ? ਫਿਰ ਸਾਨੂੰ ਇੱਥੇ ਵੀ ਰਹਿਣਾ ਕਰਨਾ ਦਾ ਬਹੁਤ ਔਖਾ ਜੀ। ਨਹੀਂ ਰਹਿਣ ਦੀ ਕੋਈ ਸਮੱਸਿਆ ਨਹੀਂ, ਉੱਥੇ ਸੌਣ ਦਾ ਕੋਈ ਟੈਨਸ਼ਨ ਨਹੀਂ। ਅਸੀਂ ਜਗ੍ਹਾ ਦੇਵਾਂਗੇ ਪੈਣ ਨੂੰ, ਬੈੱਡ ਉੱਥੇ, ਬਿਸਤਰਾ ਵਗੈਰਾ ਮਿਲੂਗਾ, ਰੋਟੀ ਵੀ ਉੱਥੇ ਮਿਲੂਗੀ, ਕੋਈ ਸਮੱਸਿਆ ਵਾਲੀ ਗੱਲ ਨਹੀਂ ਗੀ। ਸਾਡੇ ਹੋਰ ਵੀ ਮੈਂਬਰ ਉੱਥੇ ਦਾਖਲ ਨੇ, ਸਾਡੇ ਵਲੰਟੀਅਰ ਉੱਥੇ ਹੁੰਦੇ ਨੇ, ਉਹ ਤੁਹਾਨੂੰ ਸੰਭਾਲਣਗੇ ਉੱਥੇ, ਫਿਕਰ ਨਾ ਕਰੋ। ਪਰ ਜਿਹੜਾ ਇੱਕ ਪਰਿਵਾਰ ਦਾ ਮੈਂਬਰ ਇਹਦੇ ਕੋਲੇ ਹੋਣਾ ਨਾ, ਦੇਖੋ ਜੇ ਅੱਜ ਇਹਦੀ ਜ਼ਿੰਦਗੀ ਦੇ ਵਿੱਚ ਕੋਈ ਚੰਗਾ ਹੋਣਾ ਵਾ, ਉਹ ਤੁਹਾਡੇ ਹੌਸਲੇ ਨਾਲ ਹੀ ਹੋਣਾ ਵਾ ਵੀਰੇ। ਠੀਕ ਹੈ ਨਾ? ਜੇ ਤੁਸੀਂ ਥੋੜੀ ਸਪੋਰਟ ਕਰੋਗੇ
ਤਾਂ ਅਸੀਂ ਇੰਨੀ ਹਸਪਤਾਲ 'ਚ ਪ੍ਰਾਈਵੇਟ 'ਚ ਦਾਖਲ ਕਰਾਵਾਂਗੇ। ਇਹਦਾ ਕੋਈ ਐ ਨਹੀਂ ਸਰਕਾਰੀ ਭੇਜਣ ਲੱਗੇ ਆਪਾਂ। ਉੱਥੇ ਰੋਟੀ ਤੁਹਾਡੀ ਕੰਟੀਨ 'ਚੋਂ ਲੱਗ ਜੂ, ਤੁਹਾਨੂੰ ਕੋਈ ਟੈਨਸ਼ਨ, ਤੁਹਾਡਾ 1 ਰੁਪਈਆ ਵੀ ਨਹੀਂ ਲੱਗਣਾ ਉੱਥੇ, ਠੀਕ ਆ। ਬਿਸਤਰਾ ਦੇਵਾਂਗੇ ਉੱਥੇ ਪੈਣ ਲਈ ਤੇ ਰੋਟੀ ਤੁਹਾਨੂੰ ਉੱਥੇ ਮਿਲ ਜਾਣੀ ਹੈ ਬਾਈ। ਉਹ ਵੀ ਹੌਸਲੇ 'ਚ ਹੋ ਜਾਊਗਾ ਨਾ ਜੇ ਤੁਸੀਂ ਪਰਿਵਾਰ ਦੇ ਮੈਂਬਰ ਹੋਵੋਗੇ ਉਹਨਾਂ ਦਾ ਹੋਰ। ਥੋੜਾ ਜਿਹਾ ਤੁਸੀਂ ਵੀ ਆਪਣੇ ਵੱਲੋਂ ਹੁਣ ਇੰਨਾ ਕੁ ਤਾਂ ਐਫਰਟ ਕਰੋ। ਸਾਰਾ ਤੁਸੀਂ ਤਾਂ ਇੰਨਾ ਸੋਚਣ ਲੱਗ ਗਏ ਗੰਭੀਰਤਾ ਜੀ ਨਾਲ ਵੀ ਅਸੀਂ ਕੋਈ ਏਦਾਂ ਦੀ ਚੀਜ਼ ਮੰਗ ਲਈ ਤੁਹਾਤੋਂ ਜਿਵੇਂ ਨਹੀਂ ਸਰ ਫਿਰ ਇੰਨਾ ਨਾ, ਫਿਰ ਤਾਂ ਅਸੀਂ ਇਹਨੂੰ ਮਤਲਬ ਕਿ ਔਖੇ ਸੌਖੇ ਆਪਣੇ ਘਰ ਹੀ ਲੈ ਜਾਾਂਗੇ, ਬਠਿੰਡੇ ਹੀ ਲੈ ਜਾਾਂਗੇ ਸਰਕਾਰੀ ਹਸਪੀਟਲ 'ਚ। ਹਾਂਜੀ ਉੱਥੇ ਜੇ ਸਾਤੋਂ ਹੋਇਆ ਅਸੀਂ ਆਪਦਾ ਘਰ ਹੀ ਕਰ ਲਾਂਗੇ, ਜਾ ਕੇ ਅਸੀਂ ਸੌਖੇ ਤਾਂ ਰਹਾਂਗੇ ਨਾ। ਨਹੀਂ ਇੱਥੇ ਰਹਿਣ ਨਾਲ ਔਖੇ ਹੋ ਜਾਓਗੇ ਤੁਸੀਂ। ਬੰਦੇ ਆ, ਨੌਕਰੀ ਵਾਲੇ ਬੰਦੇ ਆ ਜੀ, ਉਹਨਾਂ ਦੀ ਅਸੀਂ ਵੀ ਕਿੱਥੇ ਰਹਾਂਗੇ ਜੀ। ਹਾਲਤ ਅਜੇ ਠੀਕ ਨਹੀਂ ਹੈ। ਇਹ ਕਹਿੰਦੇ ਵੀ ਜਦੋਂ ਇੱਥੋਂ ਠੀਕ ਹੋ ਗੱਲ ਤਾਂ ਜਾਵੇ ਐਂ ਚਾਹੇ ਆ ਤੁਸੀਂ ਸਾਡੀ ਜਿੱਥੇ ਮਰਜ਼ੀ ਲੈ ਮਜਬੂਰੀ ਜਾਓ। ਹੈ ਜੀ। ਦੇਖੋ ਗੱਲ ਤੁਹਾਡੀ ਮਜਬੂਰੀ ਨੂੰ ਮੈਂ ਸਹਿਮਤ ਹਾਂ। ਇਲਾਜ ਜਿਹੜਾ ਇੱਥੇ ਪ੍ਰਾਈਵੇਟ ਦੇ ਵਿੱਚ ਹੋ ਜਾਣਾ ਵਾ ਉਹ ਸਰਕਾਰੀ 'ਚ ਨਹੀਂ ਹੋਣਾ, ਠੀਕ ਆ। ਇਹ ਪਹਿਲਾਂ ਤਾਂ ਉੱਥੇ ਪਹੁੰਚਣਾ ਨਹੀਂ ਜਿਹੜੇ ਇਹਦੇ ਹਾਲਤ ਆ, ਠੀਕ ਆ ਨਾ। ਇੱਥੇ ਤੁਹਾਨੂੰ ਰਹਿਣ ਦਾ ਤੁਹਾਨੂੰ ਕਹਿ ਰਹੇ ਆ, ਕੋਈ ਬਹਿਣ ਦਾ ਕੋਈ ਖਰਚਾ ਨਹੀਂ ਤੁਹਾਡਾ ਕੋਈ ਆਉਣਾ। ਜੇ ਤੁਸੀਂ ਜਾਣਾ ਚਲੇ ਜਾਓ, ਇਹ ਦੋਨੋਂ ਜਾਣੀਆਂ ਰਹਿ ਪੈਣ ਇੱਥੇ ਮਾਵਾਂ ਧੀਆਂ। ਪਿੱਛੇ ਜੀ ਹੁਣ ਕੁੜੀ ਇਹਦੇ ਘਰੇ ਤਾਂ ਕੱਲੀ ਹੈ, ਕੁਮਾਰੀ ਕੁੜੀ ਹੈ ਜੀ। ਵੀਰੇ ਤੁਸੀਂ ਉੱਥੇ ਚਲੇ ਜਾਓ ਨਾ ਕੋਲੇ ਜਾ ਕੋਈ, ਦੇਖੋ ਕੋਈ ਨਾ ਕੋਈ ਹੱਲ ਕੱਢੋ। ਇਹ ਦੇਖੋ ਐਨ ਸਾਨੂੰ ਨਾ ਇਸ ਤਰ੍ਹਾਂ ਉਹ ਕਰੋ ਵੀ ਜਿਵੇਂ ਅਸੀਂ ਕੁਝ ਗਲਤ ਕਰ ਰਹੇ ਹਾਂ। ਅਸੀਂ ਤਾਂ ਤੁਹਾਡੀ ਮਦਦ ਕਰਨਾ ਚਾਹੁੰਦੇ ਆ, ਧੰਨਵਾਦ ਆ ਬਹੁਤ ਬਹੁਤ ਅਸੀਂ ਤੁਹਾਡੀ ਮਦਦ ਕਰਨਾ ਚਾਹੁੰਦੇ ਆ ਭਰਾਵਾ, ਜੀ ਖੜਦੇ ਠੀਕ ਹੈ ਨਾ। ਅਸੀਂ ਤੁਹਾਡੀ ਮਦਦ ਕਰਾਉਣਗੇ ਤੁਹਾਡਾ ਸਾਰਾ ਜੀ। ਇਹ ਜੀ ਸਾਨੂੰ ਇੱਥੇ ਆਉਣੀ ਚਾਹੀਦੀ। ਬਈ ਤੁਹਾਡੀ ਮਜਬੂਰੀ ਕਰਕੇ ਤਾਂ ਦੇਖੋ ਉਹਦੇ ਬੰਦੇ ਦੇ ਕੀ ਹਾਲਾਤ ਬਣ ਗਏ ਹਨਾ। ਆਪਾਂ ਹੁਣ ਵੀ ਜੇ ਮਜਬੂਰੀ ਦਾ ਹੀ ਆਪਾਂ ਗੱਲ ਕਰਾਂਗੇ, ਹੁਣ ਤਾਂ ਤੁਹਾਨੂੰ ਆਪਦੀ ਮਜਬੂਰੀ ਛੱਡ ਕੇ ਅੱਗੇ ਵਧਣਾ ਪੈਣਾ ਜੇ ਇਹਦੀ ਜ਼ਿੰਦਗੀ ਬਚਾਉਣੀ ਚਾਹੁੰਦੇ ਹੋ ਤੁਸੀਂ ਹਨਾ। ਤੁਸੀਂ ਰਹਿ ਕਰ ਲਓ, ਕਹਿ ਕੇ ਦਿਨ ਇਹ ਤਾਂ ਬੇਬੇ ਰੱਬ ਨੂੰ ਪਤਾ ਹੈਨਾ। 5 ਦਿਨ 10 ਦਿਨ 15 ਦਿਨ ਨੂੰ ਰਹਿਣਾ ਪੈ ਜਾਵੇ ਹਸਪਤਾਲ। ਹੁਣ ਅਸੀਂ ਤਾਂ ਕਹੀਏ ਵੀ 2 ਦਿਨਾਂ ਨੂੰ ਛੁੱਟੀ ਕਰਾ ਲਾਂਗੇ, ਡਾਕਟਰ ਦੱਸੂਗਾ ਨਾ ਉਹ ਤਾਂ ਮਾਂ ਇਹਦੀ ਹਾਲਤ ਕੀ ਆ। ਦੇਖੋ ਕਿ ਤੁਸੀਂ ਰਹਿ ਕਰ ਲਓ ਤੇ ਰਹਿ ਕਰਕੇ ਸਾਨੂੰ ਦੱਸੋ, ਕੋਈ ਗੱਲ ਨਹੀਂ ਕਰੋ ਜੀ, ਰਹਿ ਤੁਸੀਂ ਮਸ਼ਵਰਾ ਕਰੋ ਆਪਸ ਵਿੱਚ। ਪਹਿਲਾਂ ਤਾਂ ਆਪਣਾ ਇਹ ਆ ਵੀ ਉਹਦੀ ਹਾਲਤ ਆਪਾਂ ਨੂੰ ਚਾਹੀਏ, ਉਹਦਾ ਇਲਾਜ ਹੋ ਜੇ ਗੱਡੀ ਦਾ। ਹੋ ਸਕਦਾ ਚਲੇ ਤਾਂ ਕਿਤੇ ਹਾਂ ਜੀ ਨਹੀਂ ਇਹ ਤਾਂ ਕੋਈ ਗੱਲ ਕਰਦਾ ਕਦੋਂ ਵੀ ਜਾਇਆ ਪਤਾ। ਦੇਖੋ ਅੱਜ ਦਾ ਸਮਾਂ ਜਿਹੜਾ ਕਿੱਧਰ ਕੱਢਤਾ ਕਿੱਦਾਂ ਦਾ ਹੋ ਗਿਆ ਹੈ। ਮੈਂ ਤਾਂ ਕਹਿੰਦਾ ਬਾਈ ਅੱਜ ਬੰਦਾ ਬਾਈ ਲੱਖਾਂ 'ਚ ਵੀ ਇਕੱਲਾ ਹੋ ਗਿਆ। ਹੋ ਜੂਗਾ ਠੀਕ, ਕੋਈ ਗੱਲ ਨਹੀਂ, ਹੌਸਲਾ ਹੋ ਜੂਗਾ। ਥੋੜਾ ਜਿਹਾ ਕੋਈ ਦੋਸਤ ਮਿੱਤਰ ਹੈਗਾ ਤੇਰਾ ਕੋਈ ਇੱਥੇ, ਉਹਦਾ ਨੰਬਰ ਹੈ ਤੇਰੇ ਫੋਨ 'ਚ, ਉਹਨੂੰ ਫੋਨ ਕਰ ਲੈਨੇ। ਜੇ ਉਹ ਆ ਕੇ ਤੇਰੇ ਨਾਲ ਖੜ ਜੇ ਵੀ ਤੇਰੇ ਕੋਲੇ ਰਹਿ ਪਵੇ, ਤੇਰੀ ਮਦਦ ਕਰ ਦੂ ਕੋਈ ਵੀ ਨਹੀਂ। ਕੀ ਕਮਾਇਆ ਯਾਰ, ਬੱਚੇ ਵੀ ਨਹੀਂ ਕਮਾਏ, ਘਰ ਵਾਲੀ ਵੀ ਨਹੀਂ ਰਹੀ, ਘਰ ਵੀ ਨਹੀਂ ਬਣਾ ਸਕਿਆ, ਦੋਸਤ ਵੀ ਨਹੀਂ ਬਣਿਆ, ਮਾਂ ਪਿਓ ਵੀ ਨਹੀਂ ਬਣੇ, ਭੈਣ ਭਰਾ ਵੀ ਨਹੀਂ ਬਣੇ। ਕੁਛ ਜ਼ਿੰਦਗੀ ਦੇ ਵਿੱਚ ਕੋਈ ਗਲਤ ਫੈਸਲੇ ਪਿੱਛੇ ਕਾਹਤੋਂ ਨਹੀਂ ਮੁੜਿਆ ਤੂੰ? ਜਦੋਂ ਤੇਰੀ ਘਰ ਵਾਲੀ ਛੱਡ ਕੇ ਚਲੇ ਗਈ, ਤੂੰ ਆਪਦੇ ਪਿੰਡ ਜਾ ਕੇ ਉੱਥੇ ਜਾ ਕੇ ਕੰਮ ਕਰਦਾ, ਏਡਾ ਵਾਟਰ ਫਿਲਟਰਾਂ ਦਾ ਤੇਰੇ ਕੋਲ ਹੁਨਰ ਆ, ਤੂੰ ਉੱਥੇ ਕਰਦਾ। ਉੱਥੇ ਕਿਹੜਾ ਦੁਕਾਨ ਚੱਲਣੀ ਨਹੀਂ ਸੀ? ਨਸ਼ਾ ਕੀ ਕਰਦਾ ਸੀ? ਨਸ਼ਾ ਕੀ ਕਰਦਾ ਸੀ? ਸੱਚ ਦੱਸਵੇਂ ਸੱਚ। ਕੋਈ ਖਾਂਦਾ ਸੀ ਗੋਲੀ ਗਾਲੀ, ਜੀਭ ਥੱਲੇ ਰੱਖਣ ਵਾਲੀ, ਕੋਈ ਹੋਰ ਸ਼ਰਾਬ? ਸਾਡੀ ਦੁਕਾਨ ਨੇੜੇ ਹੀ ਹੈ। ਜਿਵੇਂ ਉਹ ਤੇਰਾ ਸਾਲਾ ਕਹਿੰਦਾ ਵਾ ਵੀ ਤੈਨੂੰ HIV ਹੈਗਾ, ਏਡਜ਼ ਹੈਗੀ ਤੈਨੂੰ। ਅੱਛਾ ਉਹੀ ਤਾਂ ਮੈਂ ਤੈਨੂੰ ਪੁੱਛੀ ਜਾਂਦਾ ਵੀ ਟੈਸਟ ਕਰਾਇਆ ਕੋਈ ਬਿਮਾਰੀ, ਤੂੰ ਕਹਿੰਦਾ ਮੈਨੂੰ ਹੈ ਨਹੀਂ ਕੋਈ ਵੀ। ਏਡਜ਼ ਕਦੋਂ ਪਤਾ ਲੱਗੀ ਤੈਨੂੰ ਏਡਜ਼ ਆ? ਕਿੰਨੇ ਸਾਲ ਹੋ ਗਏ? 10 ਸਾਲ? ਤੇਰੀ ਘਰ ਵਾਲੀ ਉਦੋਂ ਹੀ ਛੱਡ ਕੇ ਚਲੇ ਗਈ ਸੀ ਜਦੋਂ ਉਹਨੂੰ ਪਤਾ ਲੱਗਿਆ ਤੈਨੂੰ ਏਡਜ਼ ਆ। ਉਹ ਵੀ ਪੋਜ਼ਿਟਿਵ ਆ, ਉਹਨੂੰ ਵੀ ਸੀਗੀ। ਤੂੰ ਪੁੱਛਿਆ ਕਦੇ ਫੋਨ ਕਰਕੇ ਤੈਨੂੰ ਹੈਗੀ ਕਿ ਨਹੀਂ ਹੈਗੀ? ਉਹਨੂੰ ਨਹੀਂ ਸੀਗੀ, ਤੈਨੂੰ ਏਡਜ਼ ਹੈਗੀ ਆ। ਉਹੀ ਗੱਲ ਆ ਭਾਈ, ਏਡਜ਼ ਹਾਂ ਉਹ ਸੱਚ ਕਹਿੰਦੇ ਸੀ। ਜੀਜੇ ਨੂੰ ਪਤਾ ਜੀ, ਤੇ ਜੀਜੇ ਨਾਲ ਸਾਨੂੰ ਦੱਸਿਆ ਜੀ। ਹੁਣ ਫੋਨ ਹੀ ਬੰਦ ਕਰਨ ਲੱਗਿਆ, ਨਹੀਂ WhatsApp ਤੇ ਨਹੀਂ ਚੱਕਿਆ। ਤੇਰੇ ਸਾਲੇ ਦਾ ਨੰਬਰ ਹੈਗਾ ਕੋਈ ਹੋਰ? ਤੇਰੀ ਘਰ ਵਾਲੀ ਦਾ ਨੰਬਰ ਹੈਗਾ ਤੇਰੇ ਕੋਲੇ? ਤੇਰੇ ਕਿਸੇ ਆੜੀ ਦਾ ਨੰਬਰ ਹੈਗਾ ਜਿਹੜਾ ਆੜੀ ਤੇਰੀ ਕੋਈ ਗੱਲ ਦੱਸ ਸਕੇ? ਕੋਈ ਹੈਪੀ ਰੋਕ ਕੇ ਕਰਦਾ ਪੁੱਤ ਫੋਨ।
ਹੈਗਾ। ਆ ਵਾਈਫ ਦਾ ਸੀਗਾ ਜੀ, ਸ਼ਾਇਦ ਰਾਤ ਲਾ ਕੇ ਦੇਖੋ, ਪਤਾ ਨਹੀਂ ਲੱਗਿਆ ਨਹੀਂ। 98723 57595 ਜੀ। बोल रहे हैं 98723। ठीक है, नंबर ना बोलो लाइव। देखो जी, अज दा इंसान पैसे भी कमा सकदा, अज दा इंसान चंद ते भी पहुंच सकदा, पर अपने तो नहीं टुटना चाहिए। हेलो हाँ जी, सत श्री अकाल जी। हाँ जी वीर जी, मैं गुरप्रीत सिंह बोल रहा जी। साडी ना सोसाइटी आ, संस्था वा मनुखता दी सेवा सब तो वड्डी सेवा। हाँ जी, असी जिवें जिहड़े लोड़वंद हुंदे, लवारस हुंदे, उन्हां नूं असी समझदे आ, इलाज कराउंदे तां वाहिगुरू आ, चलो साडा शरीर वरत दिंदे हो। असी अज इत्थे जे ब्लॉक च आए सी वीरे, हाउसिंग बोर्ड च एक बंदा पिया शिवा, उहदा नाम आ सुभाष। हाँ जी, ਅਸੀਂ ਗੱਲ ਕਰਨਾ ਚਾਹੁੰਦੇ ਸੀ ਉਹਦੇ ਬਾਰੇ ਜੀ ਤੁਹਾਡੇ ਨਾਲ, ਵੀ ਇਹਦੀ ਸਮੱਸਿਆ ਕੀ ਹੈ, ਤੁਹਾਡੇ ਨਾਲ ਕੋਈ ਹੁੰਦੀ ਹੈ ਜੀ ਗੱਲ ਇਹਦੀ? ਸਰ ਆਪਣਾ ਕੋਈ ਇਹਦੇ ਲਿੰਕ ਨਹੀਂ ਹੈ ਜੀ। ਜੀ ਅਸਲ ਚ ਠੀਕ ਹੈ, ਰਿਲੇਟਿਵ ਹੈਗੇ, ਰਿਸ਼ਤੇਦਾਰੀ ਸੀ ਆਪਣੀ, ਲੇਕਿਨ ਇਹ ਨਾ ਪਹਿਲਾ ਨੰਬਰ ਤਾਂ ਦੇਖੋ ਜਦੋਂ ਬੰਦੇ ਮੈਰਿਜ ਹੁੰਦੇ ਬੰਦੇ ਸਭ ਕੁਝ ਛੱਡਣਾ ਪੈਂਦਾ ਗਲਤ ਕੰਮ। ਜੀ ਠੀਕ ਹੈ ਜੀ, ਇਹ ਗਲਤ ਕੰਮਾਂ ਚ ਵੀ ਰਿਹਾ। ਉਹਦੇ ਬਾਅਦ ਹੋ ਗਿਆ ਸੀ HIV ਪੋਜ਼ਿਟਿਵ। ਜੀ ਚਲੋ ਉਹਦੇ ਬਾਅਦ ਵੀ ਆਪਾਂ ਕਹਿੰਦੇ ਚਲੋ ਜਿਹੜੇ ਹੋ ਗਈ ਗਲਤੀਆਂ, ਮੁੜ ਕੇ ਫਿਰ ਉਹੀ ਕੰਜਰ ਕਲੇਸ਼, ਰੋਜ਼ੀ ਲੜਾਈ ਝਗੜਾ। ਜੀ ਜਿੰਨੇ ਵਾਰੀ ਮੁੜ ਕੇ ਬਿਮਾਰ ਪਿਆ, ਇਹਦੇ ਨਾਲ ਖੜੇ ਹੋ ਗਏ, ਇਹਨੇ ਸਗੋਂ ਸਾਡੇ ਤੇ ਐਲੀਗੇਸ਼ਨ ਲਾਇਆ ਹਰ ਵਾਰੀ ਜੀ। ਸਾਡੇ ਬੁਲੀ ਕੀਤੀ ਹੈ। ਤੁਸੀਂ ਇਹਦੇ ਬ੍ਰਦਰ ਇਨ ਲਾਅ ਤੁਸੀਂ ਇਹਦੇ ਬ੍ਰਦਰ ਇਨ ਲਾਅ ਬੋਲਦੇ ਹੋ? ਹਾਂਜੀ ਤੁਸੀਂ ਇਹਦੇ ਬ੍ਰਦਰ ਇਨ ਲਾਅ ਬੋਲਦੇ ਹੋ ਜੀ? ਨਹੀਂ, ਹਾਂਜੀ ਤੁਸੀਂ ਸਾਲਾ ਬੋਲਦੇ ਹੋ ਇਹਦੇ ਸਾਲੇ? ਹਾਂਜੀ 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 ਸਰ ਜੀ। ਠੀਕ ਹੈ ਵੀਰੇ, ਠੀਕ ਹੈ, ਓਕੇ। ਤੇ ਤੁਹਾਡੀ ਜਿਹੜੀ ਸਿਸਟਰ ਆ ਉਹ ਤਾਂ ਨਹੀਂ ਪੋਜ਼ਿਟਿਵ ਹੈਗੀ, ਉਹ ਠੀਕ ਆ? ਉਹ ਸਹੀ ਹੈਗੇ ਸਰ ਜੀ। ਚਲੋ ਸ਼ੁਕਰ ਆ, ਖੜਾ ਛੱਡਿਆ ਹੋਇਆ ਸਰ ਜੀ ਇਹਨਾਂ ਦਾ। ਸ਼ੁਕਰ ਆ, ਸ਼ੁਕਰ ਆ, ਸ਼ੁਕਰ ਆ, ਉਹ ਬਚ ਗਈ। ਕਿਉਂਕਿ ਸਰ ਪਤਾ ਕੀ ਹੁੰਦਾ, ਦੇਖੋ ਇੱਕ ਵਾਰੀ ਬੰਦਾ ਕੀ ਲੱਭਣਾ ਹੈ? ਹੁੰਦਾ ਹੈ, ਹਰ ਵਾਰੀ ਗਲਤ ਕੰਮ ਹੁੰਦਾ ਸਰ, ਬੰਦਾ ਤੇ ਸਾਈਡ ਕਰ ਜਾਂਦਾ। ਉਹਨਾਂ ਦੇ ਪੈਰੈਂਟਸ ਵੀ ਇਹਨੂੰ ਕੀ ਲੈਣਾ ਮਾਤਾ? ਕਰਦੇ ਆ। ਨਹੀਂ ਜੀ, ਉਹਦੇ ਚ ਨਾ ਉਹਦੇ ਥੋੜੇ ਜਿਹੇ ਪੈਸੇ ਹੁੰਦੇ। ਅੱਛਾ ਜੀ, ਇਹਨਾਂ ਦੇ ਪੈਰੈਂਟਸ ਵੀ ਤੁਸੀਂ ਪਹਿਲਾ ਨੰਬਰ ਤੋਂ ਅਟੈਂਡ ਹੀ ਨਹੀਂ ਕਰੋਗੇ, ਜੇ ਅਟੈਂਡ ਕਰੋਗੇ ਵੀ ਉਹਨਾਂ ਲਾਈਕ ਨਹੀਂ ਕਰਨਾ ਛੱਡਤਾ ਹੈ ਕਿ ਸਾਨੂੰ ਨਹੀਂ ਪਤਾ, ਜੋ ਮਰਜ਼ੀ ਕਰੋ ਜੀ। ਅੱਛਾ ਜੀ। ਤੇ ਵੀਰੇ ਇਹ ਤੁਹਾਨੂੰ ਕਿੰਨਾ ਟਾਈਮ ਪਹਿਲਾਂ ਪਤਾ ਲੱਗਿਆ ਵੀ ਇਹਨੂੰ ਏਡਜ਼ ਆ? ਸਰ ਕਾਫੀ ਟਾਈਮ ਹੋ ਗਿਆ ਸੀ। ਮਤਲਬ ਕਾਫੀ ਦਾ ਟਾਈਮ, ਮਤਲਬ 2 ਸਾਲ ਹੋ ਗਏ? ਸਰ ਘੱਟੋ ਘੱਟ ਲਾ ਲਓ ਜੀ, ਹੋ ਗਏ ਨੇ 5-6 ਸਾਲ ਹੋ ਗਏ ਨੇ ਸਰ। ਤੇ ਇਹਦੇ ਵਾਈਫ ਨਾਲ ਅਲੱਗ ਹੋਏ ਨੂੰ ਕਿੰਨੇ ਸਾਲ ਹੋ ਗਏ? ਤੇ ਸਰ ਉਹੀ ਟਾਈਮ ਹੋ ਗਿਆ ਸਰ ਜਦੋਂ ਇਹਨਾਂ ਦਾ ਪਤਾ ਲੱਗਿਆ ਨਾ ਸਰ। ਚਲੋ ਉਹਦੇ ਬਾਅਦ ਵੀ ਨਾ ਰਹਿੰਦੇ ਰਹੇ ਆ, ਜੀ ਮਤਲਬ ਉਹ ਲੜਾਈ ਝਗੜਾ ਕਰਨਾ, ਮੁੜ ਕੇ ਝੂਠੇ ਐਲੀਗੇਸ਼ਨ ਲਾਣੇ ਕਿ ਜੀ ਪਸੰਦ ਦੇ ਚੱਕਰਾਂ ਦੇ ਵਿੱਚ ਕਿ ਜੀ ਮੈਨੂੰ ਜ਼ਹਿਰ ਦੇ ਕੇ ਮਾਰਦੀ ਸੀ ਜੀ, ਐਂ ਕਰਦਾ ਸੀ, ਮੇਰੇ ਸਾਲਾ ਘਰ ਨਹੀਂ ਪਸੰਦ ਹੁੰਦਾ ਜੀ। ਸਾਨੂੰ ਤਾਂ ਉਹ ਪਸੰਦ ਦੀ ਕੋਸ਼ਿਸ਼ ਕੀਤੀ ਹਰ ਵਾਰੀ ਇਹਨਾਂ ਨੇ। ਠੀਕ ਹੈ ਬ੍ਰਦਰ, ਜਿਵੇਂ ਤੁਹਾਨੂੰ ਕੰਮ ਵੀ ਇਹਨਾਂ ਨੇ ਕਹਿੰਦੇ ਫਿਲਟਰਾਂ ਦਾ ਸਾਰਾ ਸਿਖਾਇਆ, ਤੁਸੀਂ ਇਹਨਾਂ ਦੇ ਨਾਲ ਹੋ ਕੇ ਸਿੱਖੇ ਸੀ? ਐਕਚੁਅਲੀ ਮੇਰਾ ਖੁਦ ਦਾ ਕੰਮ ਹੈ, ਇਹਨਾਂ ਨਾਲ ਫਿਰ ਮੈਨੂੰ ਲੈ ਕੇ ਜ਼ਰੂਰ ਆਏ ਸੀਗੇ ਜੀ ਜੀਵਨ ਕਿ ਮੈਨੂੰ ਰਾਤ ਨੂੰ 11 ਵਜੇ ਸਰਦੀਆਂ ਦੀ ਨਵੰਬਰ ਦਸੰਬਰ ਚ ਘਰੋਂ ਕੱਢਿਆ ਸੀ ਇਹਨਾਂ ਨੇ। ਠੀਕ ਹੈ ਬ੍ਰਦਰ। ਤੇ ਜਿਵੇਂ ਤੁਹਾਡੇ ਜਿਹੜੀ ਹੁਣ ਭਾਣਜੀ ਆ ਨਾ, ਜਿਹੜੀ ਇਹਨਾਂ ਦੀ ਬੇਟੀ ਆ, ਉਹ ਠੀਕ ਠਾਕ ਆ ਬੱਚੀ? ਹਾਂਜੀ ਹਾਂਜੀ ਸਾਰਾ ਸਹੀ ਹੈ ਜੀ, ਸਾਡਾ ਪਰਿਵਾਰ ਉਸ ਨੂੰ। ਉਹ ਪੜ੍ਹਦੀ ਆ? ਹਾਂਜੀ ਉਹ ਪੜ੍ਹਦੀ ਜੀ, ਸਟੱਡੀ ਕਰਦੀ ਹੈ। ਠੀਕ ਹੈ ਬ੍ਰਦਰ, ਠੀਕ ਹੈ। ਚਲੋ ਡੁੱਗਰੀ ਰਹਿੰਦੇ ਹੋ ਤੁਸੀਂ? ਹਾਂਜੀ ਵੀਰ ਜੀ। ਠੀਕ ਹੈ। ਫੇਸ 1 ਚ ਹਾਂਜੀ ਹਾਂਜੀ LIG ਚ ਰਹਿੰਦੇ ਜਾਂ ਉਹਦੇ ਚ ਰਹਿੰਦੇ ਹੋ, HIG ਕਿੱਥੇ? ਦੁਗਰੀ ਹੋਰ ਪਾਸੇ ਰਹਿਣਾ। ਚਲੋ ਅਸੀਂ ਤੁਹਾਡਾ ਐਡਰੈਸ ਨਹੀਂ ਪੁੱਛਦੇ, ਕੋਈ ਗੱਲ ਨਹੀਂ ਵੀਰੇ। ਚਲੋ ਤੁਹਾਡਾ ਬਹੁਤ ਧੰਨਵਾਦ, ਤੁਸੀਂ ਗੱਲ ਕੀਤੀ। ਦੇਖੋ ਇਹਦੀ ਹੁਣ ਨਾ ਇਹ ਘਰੋਂ ਆ ਕੇ ਦੇਖਿਆ, ਮਹੱਲੇ ਵਾਲਿਆਂ ਨੇ, ਆਂਢੀ ਗੁਆਂਢੀਆਂ ਨੇ ਕੱਲ ਰਾਤ ਤੁਹਾਨੂੰ ਵੀ ਕਾਲ ਕੀਤੀ ਹੋਣੀ ਹੈ ਨਾ? ਰਾਤੀ ਫੋਨ ਆਇਆ ਸੀਗਾ ਹਾਂਜੀ ਇਹਨਾਂ ਦਾ, ਤੇ ਮੈਂ ਇਹਨਾਂ ਨੂੰ ਦੱਸਿਆ ਵੀ ਇਹਦੇ ਪੈਰੈਂਟਸ ਐਡਰੈਸ ਹੀ ਦੱਸਦਾ ਹੋਇਆ ਜੀ। ਕਿ ਇਹਨਾਂ ਦੇ ਪੈਰੈਂਟਸ ਜਿਹੜੇ ਗੋਨਿਆਂ ਦੇ ਰਹਿੰਦੇ ਨੇ, ਰੇਲਵੇ ਕਲੋਨੀ ਦੇ ਵਿੱਚ। ਮਸਤ। ਇਹਨਾਂ ਦੇ ਪੈਰੈਂਟਸ ਦਾ ਫਾਦਰ ਦਾ ਨਾਮ ਹੈ ਜੀ। ਤੇ ਹਾਂਜੀ, ਉਹਨਾਂ ਨਾਲ ਵੀ ਗੱਲ ਹੋ ਗਈ, ਇਹਦੇ ਮੰਮੀ ਵੀ ਆਏ ਹੋਏ, ਇਹਦਾ ਜੀਜਾ ਤੇ ਇਹਦੀ ਭੈਣ ਵੀ ਆ ਗਿਆ ਇੱਥੇ ਸਾਡੇ ਕੋਲੇ। ਠੀਕ ਹੈ ਸਰ। ਅਸੀਂ ਇਹਨੂੰ ਹਸਪੀਟਲ 'ਚ ਦਾਖਲ ਕਰਾਉਣ ਲੱਗੇ ਸੀ, ਪਰ ਸਾਨੂੰ ਆਹ ਗੱਲ ਨਹੀਂ ਸੀ ਪਤਾ ਵੀ ਇਹਨੂੰ ਆ ਬਿਮਾਰੀ ਆ। ਅਸੀਂ ਇਹੀ ਕਲੀਅਰ ਕਰਨੀ ਸੀਗੀ ਵੀ ਨਾ ਪਤਾ ਤਾਂ ਲੱਗੇ ਨਾ ਵੀ ਕਿਉਂ ਇੰਨਾ ਸੁੱਕਿਆ ਪਿਆ, ਜਮਾ ਹੀ ਮਰਨ ਵਾਲਾ ਹੋਇਆ ਪਿਆ ਤਾਂ ਵਿਚਾਰਾ। ਇਹ ਨਾ ਕਾਫੀ ਟਾਈਮ ਤੋਂ ਸਰ ਇਹਨਾਂ ਨੂੰ ਪ੍ਰੋਬਲਮ, ਜਦੋਂ ਇਹ ਇਹਨਾਂ ਦੀ ਮੈਰਿਜ ਦੇ ਬਾਅਦ ਵੀ ਨਾ ਇਹ ਦਿੱਲੀ ਜਾ ਕੇ ਗਲਤ ਕੰਮ ਕਰਦੇ ਸੀ। ਉਦੋਂ ਤੱਕ ਸਹੀ ਸੀ ਪਹਿਲਾਂ ਇਹ ਜੋ ਮੈਰਿਜ ਵੇਲੇ। ਜੀ ਜੀ ਇਹ ਜੀ ਵੀ ਹੋਈ ਹੈ ਜੀ ਜੀ ਕਿ ਜਦੋਂ ਦਿੱਲੀ ਜਾਂਦਾ ਸੀ, ਦਿੱਲੀ ਸੁਣੋ ਗੱਲ। ਕੰਮ ਸੀ। ਉਹਦੇ ਬਾਅਦ ਸਾਨੂੰ ਜਦੋਂ ਇਹਨਾਂ ਫੋਨ ਰੱਖੀ ਹੈ ਨਾ ਜਿਨ੍ਹਾਂ ਦਾ, ਜੀ ਜਿਹੜੇ ਮੈਨੂੰ ਨਹੀਂ ਪਤਾ ਕੌਣ ਸੱਜਣ ਸੀਗੇ, ਜੀ ਉਹਨਾਂ ਦਾ ਫੋਨ ਆਇਆ, ਕਹਿੰਦੇ ਜੀ ਇਹਦੀ ਵਾਈਫ ਕੱਲ ਪਰਸੋਂ 2-3 ਦਿਨ ਹੋ ਗਏ, ਉਹ ਵੀ ਆ ਰਹੇ ਹੈ।
ਅੱਛਾ ਜੀ। ਮੈਨੂੰ ਨਹੀਂ ਪਤਾ ਜੀ, ਮੈਨੂੰ ਨਹੀਂ ਪਤਾ ਕਿ ਮੇਰੇ ਸਿਸਟਰ ਆਂਦੇ ਜਾਂ ਨਹੀਂ ਆਂਦੇ, ਕਿਉਂਕਿ ਸਾਡਾ ਉਹ ਅਲੱਗ ਰਹਿ ਰਹੇ, ਮੈਂ ਅਲੱਗ ਰਹਿ ਰਿਹਾ। ਜੀ ਉਹ ਜੀ ਇੱਧਰ ਰਹਿ ਰਹੇ ਆ, ਮੈਂ ਇੱਧਰ ਦੁਗਰੀ। ਜੀ ਮੈਂ ਤਾਂ ਹੋ ਸਕਦਾ, ਮੈਨੂੰ ਨਹੀਂ ਪਤਾ। ਮੈਂ ਬਾਅਦ ਵਿੱਚ ਉਹਨਾਂ ਨੂੰ ਕਾਲ ਕੀਤੀ ਆ, ਉਹ ਕਹਿੰਦੇ ਮੈਂ ਨਹੀਂ ਜਾ ਰਹੀ ਉੱਥੇ। ਮਤਲਬ ਹਜੇ ਵੀ ਇਹ ਬੰਦਾ ਗਲਤ ਚਲੋ ਹੈਗਾ। ਇੱਕ ਮਿੰਟ, ਠੀਕ ਹੈ ਬ੍ਰਦਰ, ਬਸ ਮੈਂ ਤੁਹਾਡੇ ਨਾਲ ਸਹਿਮਤ ਹਾਂ ਜੀ। ਅਸੀਂ ਕਿਉਂਕਿ ਅਸੀਂ ਲਾਈਵ ਚੱਲ ਰਿਹਾ ਵਾ, ਅਸੀਂ ਜ਼ਿਆਦਾ ਹੁਣ ਇਸ ਟੌਪਿਕ ਤੇ ਨਹੀਂ ਕਰਨੀ ਗੱਲ ਤੁਹਾਡੇ ਨਾਲ ਵੀ, ਪਰ ਤੁਹਾਡਾ ਧੰਨਵਾਦ, ਤੁਸੀਂ ਸਾਨੂੰ ਗਾਈਡ ਕੀਤਾ। ਪਰ ਇੱਕ ਬੇਨਤੀ ਹੈ ਜੀ, ਤੁਸੀਂ ਆਪਣੀ ਸਿਸਟਰ ਨੂੰ ਕਹੋ, ਇਹਦੀ ਬੇਟੀ ਚਲੋ ਹੈ ਨਾ, ਦੇਖੋ ਮਾੜਾ ਚੰਗਾ ਇਨਸਾਨ ਸਾਰਾ ਕੁਝ ਹੀ ਕਰਦਾ, ਜਿਹੜੀ ਗਲਤੀਆਂ ਹਨ ਹੋ ਗਈਆਂ, ਹੁਣ ਇਹ ਇਸ ਟਾਈਮ ਬਹੁਤ ਮਾੜੇ ਹਾਲਾਤਾਂ 'ਚ ਆ, ਜ਼ਿੰਦਗੀ ਇਸ ਪੜਾਅ ਤੇ ਪਹੁੰਚੀ ਪਈ ਆ ਵੀ ਇਹਨੂੰ ਥੋੜੀ ਜਿਹੀ ਸਪੋਰਟ ਦੀ ਲੋੜ ਆ। ਜਿਹਦੀ ਬੇਟੀ ਜਾਂ ਇਹਦੀ ਵਾਈਫ ਇੱਕ ਵਾਰੀ ਇਹਨੂੰ ਮਿਲ ਜਾਣ, ਥੋੜਾ ਹੌਸਲਾ ਹੋ ਜਾਊ। ਚਲੋ ਬੱਜ ਵੀ ਵਰਤਣ ਨਾ ਵਰਤਣ ਇਹਦੇ ਨਾਲ, ਅਸੀਂ ਇਹ ਨਹੀਂ ਕਹਿੰਦੇ ਵੀ ਇਹਦੇ ਨਾਲ ਆ ਕੇ ਵਰਤਣ ਜਾਂ ਉਹਦੇ ਕੋਈ ਰਹਿਣ, ਉਹ ਉਹਨਾਂ ਦਾ ਫੈਮਿਲੀ ਜਾਂ ਉਹਨਾਂ ਦਾ ਆਪਣਾ ਪਰਸਨਲ ਮੈਟਰ ਆ। ਤੇ ਅਸੀਂ ਇਹਨੂੰ ਦੀਪਕ ਹਸਪੀਟਲ ਚ ਲੁਧਿਆਣੇ ਐਡਮਿਟ ਕਰਾਉਣ ਲੱਗੇ ਆ ਜੀ। ਕੋਈ ਖਰਚਾ ਨਹੀਂ, ਅਸੀਂ ਕਹਿੰਦੇ ਵੀ ਤੁਹਾਨੂੰ, ਅਸੀਂ ਉਹ ਵਾਹਿਗੁਰੂ ਨੇ ਕਰਨਾ ਸਾਰਾ ਕੁਝ ਤੇ ਹਨਾ। ਤੇ ਜੀ ਜੀ ਬ੍ਰਦਰ, ਥੈਂਕ ਯੂ ਜੀ, ਬਹੁਤ ਧੰਨਵਾਦ ਜੀ। ਜੀ 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 ਜੀ, ਠੀਕ ਹੈ ਬ੍ਰਦਰ। ਤੁਹਾਡਾ ਕੀ ਨਾਮ? ਮੇਰਾ ਅਨੁਰਾਗ ਨਾਮ ਹੈ। ਅਨੁਰਾਗ ਜੀ, ਆ ਨੰਬਰ ਸਾਡਾ ਹੀ ਹੈ ਸੰਸਥਾ ਦਾ, ਤੁਸੀਂ ਵੀ ਸੇਵ ਕਰ ਲਓ, ਮੈਂ ਵੀ ਤੁਹਾਡਾ ਸੇਵ ਕਰਦਾ ਨੰਬਰ। ਅਸੀਂ ਇਹਨੂੰ ਵੀਰੇ ਹਸਪੀਟਲ ਐਡਮਿਟ ਕਰਾਉਣ ਲੱਗੇ ਹਾਂ ਜੀ। ਹੋ ਸਕੇ ਇਹਦੀ ਵਾਈਫ ਜਾਂ ਇੱਕ ਵਾਰੀ ਇਹਦੀ ਬੇਟੀ ਨੂੰ ਮਿਲਾ ਦੇਵੇ, ਕਿਉਂਕਿ ਜਦੋਂ ਬੰਦੇ ਨੂੰ ਹਨੇਰਾ ਦਿੰਦਾ ਨਾ, ਜ਼ਿੰਦਗੀ ਦੇ ਵਿੱਚ ਕੋਈ ਮੁਕਾਮ ਨਹੀਂ ਦਿਖਦਾ, ਮੰਜ਼ਿਲ ਨਹੀਂ ਦਿਖਦੀ, ਤਾਂ ਫਿਰ ਜਿਉਣ ਦੀ ਵਜ੍ਹਾ ਖਤਮ ਹੋ ਜਾਂਦੀ ਹੈ। ਚਲੋ ਜੇ ਉਹ ਮਿਲ ਜਾਵੇ, ਸ਼ਾਇਦ ਇਹਨੂੰ ਹੌਸਲਾ ਹੋ ਜਾਏ ਥੋੜਾ ਜਿਹਾ, ਹਨਾ। ਦੇਖੋ ਮੈਨੂੰ ਕੋਈ ਦਿੱਕਤ ਨਹੀਂ ਹੈ, ਮੈਂ ਸਿਸਟਰ ਨਾਲ ਗੱਲ ਕਰ ਲਾਂਗਾ ਜੀ ਬ੍ਰਦਰ। ਉਹਨਾਂ ਨੂੰ ਮੈਂ ਤਾਂ ਇਹੀ ਗੱਲ, ਨਾ ਤਾਂ ਹਾਂ ਦੇ ਵਿੱਚ ਨਾ ਹੋਆ ਨਾ ਦੇ ਵਿੱਚ ਕਮਾ, ਉਹਨਾਂ ਜਿਵੇਂ ਚੋਇਸ। ਹਾਂ ਬਿਲਕੁਲ ਜੀ, ਬਿਲਕੁਲ। ਬਸ ਸਾਡੇ ਵੱਲੋਂ ਇੱਕ ਪਲੀਜ਼ ਮੈਸੇਜ ਦੇ ਦਿਓ ਵੀ ਅਸੀਂ ਰਿਕੁਐਸਟ ਕਰਦੇ ਹਾਂ ਵੀ ਦੀਪਕ ਹਸਪੀਟਲ ਜਾ ਕੇ ਇੱਕ ਵਾਰੀ ਮਿਲ ਜਾਣ, ਹਨਾ। ਸ਼ੇਅਰ ਕਰ ਦਾਂਗਾ। ਠੀਕ ਹੈ ਬ੍ਰਦਰ, ਦੇਖ ਲੈਣੀ, ਕੋਈ ਗੱਲ ਨਹੀਂ। ਠੀਕ ਹੈ, ਓਕੇ ਓਕੇ ਬ੍ਰਦਰ, ਥੈਂਕ ਯੂ ਅਨੁਰਾਗ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ। ਸਮੱਸਿਆ ਤਾਂ ਹੋਰ ਹੀ ਆ ਕੋਈ, ਹਨਾ। ਦੇਖੋ ਜੋ ਹੋ ਗਿਆ ਠੀਕ ਆ, ਅਸੀਂ ਤੇਰੇ ਨਾਲ ਆ, ਫਿਰ ਵੀ ਸਾਨੂੰ ਕੋਈ ਫਰਕ ਨਹੀਂ ਪਿਆ ਜੋ ਉਹਨੇ ਦੱਸਿਆ, ਕਿਉਂਕਿ ਅਸੀਂ ਇਹ ਰੱਬ ਬੈਠਾ ਤੇਰੇ ਅੰਦਰ, ਉਹਦੀ ਮਦਦ ਕਰਨਾ ਹੈ, ਉਹਦੇ ਲਈ ਉਹਨੇ ਸਾਨੂੰ ਸੱਦਿਆ ਸੀ, ਤੇਰੇ ਲਈ ਜਾਂ ਤੇਰੇ ਪੁਰਾਣੇ ਉਹ ਜੋ ਤੇਰੀ ਕਰਮ ਸੀਗੇ, ਉਹ ਤੂੰ ਭੋਗਣੇ, ਜੋ ਕਿਸਮਤ 'ਚ ਹੈਗਾ ਸੀ ਹੋ ਗਿਆ। ਹੁਣ ਅਸੀਂ ਤੈਨੂੰ ਹਸਪੀਟਲ ਦਾਖਲ ਕਰਾ ਦਈਏ, ਚੱਲੀਏ ਆਪਾਂ ਹਸਪੀਟਲ, ਚੱਲਦੇ ਹਾਂ। ਹਾਂਜੀ ਭੈਣੇ, ਕੀ ਡਿਸੀਜਨ ਲਿਆ ਤੁਸੀਂ? ਘੰਟਾ ਕੀ ਲਈ ਜਾਂਦੇ ਨੇ? ਹਾਂਜੀ ਦੱਸੋ ਜੀ ਬੇਬੇ। ਹਾਂਜੀ ਕਰਾ ਦਈਏ ਦਾਖਲ, ਰਹੋਗੇ ਕੋਲੇ? ਅੱਛਾ ਠੀਕ ਆ, ਸਾਰ ਲਓਗੇ? ਓਕੇ ਘਰੇ। ਹੁਣ ਦੇਖੋ ਠੀਕ ਆ, ਹੁਣ ਅੱਜ ਤਾਂ ਰਹਿਣਗੇ ਨੇ ਵੀ, ਹੁਣ ਰਾਤ ਨੂੰ ਤਾਂ ਇਹਨਾਂ ਨੇ ਵਾਪਸ ਨਹੀਂ ਜਾਣਾ, ਹੁਣ ਤਾਂ ਹਸਪਤਾਲ ਰਹੋਗੇ ਨਾ ਤੁਸੀਂ ਕੋਲੇ ਦੇ? ਨਹੀਂ ਜੇ ਇਹਨਾਂ ਦੇ ਘਰੇ ਨਹੀਂ, ਹੁਣ ਰਾਤ ਨੂੰ ਥੋੜੀ ਤਵੇ ਛੱਡ ਦੇਣਗੇ ਇਹਨਾਂ ਨੂੰ ਨਾ, ਇੱਕ ਵਿੱਚ ਗੱਡੀ ਤੇ ਚੱਲ ਜਾਵਾਂਗੇ। ਕੌਣ ਕਹਿੰਦੇ? ਅੱਜ ਤਾਂ ਤੁਸੀਂ ਇੱਥੇ ਰਹੋ ਨਾ। ਦੇਖੋ ਜੀ ਅੱਜ ਕੰਡੀਸ਼ਨ ਇਦਾਂ ਦੀ ਹੈ, ਜੇ ਅੱਜ ਦੀ ਰਾਤ ਇਹ ਘਟਣ, ਸਵੇਰੇ ਸਾਜ ਨੂੰ ਚਲੇ ਜਾਣਗੇ, ਤੁਸੀਂ ਰਹਿ ਪਿਓ। ਹੁਣ ਹਸਪੀਟਲ 'ਚ ਦੇਖੋ ਇੱਕ ਵਾਰੀ ਆਪਾਂ ਐਡਮਿਟ ਕਰਾਈਏ, ਇਕੱਲੀ ਬੇਬੇ ਆ, ਇਹਨੂੰ ਸਮਝ ਨਹੀਂ ਆਉਣੀ ਗੱਲ ਕੀ ਕਰਨੀ, ਡਾਕਟਰਾਂ ਨੂੰ ਕੀ ਦੱਸਣਾ, ਕੀ ਕਰਨਾ, ਹਨਾ। ਅੱਜ ਦੀ ਰਾਤ ਨੂੰ ਉੱਥੇ ਰਹਿਣ ਦਾ ਇੰਤਜ਼ਾਮ ਹੋ ਜੂ, ਕੋਈ ਸਮੱਸਿਆ ਵਾਲੀ ਗੱਲ ਨਹੀਂ। ਚਾਹੇ ਰਾਤ ਨੂੰ ਤੁਸੀਂ ਇੱਥੇ ਆ ਕੇ ਪੈ ਜਾਓ ਜੇ ਮੰਨ ਲਓ। ਹਾਂ ਕੋਈ ਨਾ, ਭਾਂਡਾ ਠੀਕ ਹੈ, ਸਾਰਾ ਕੁਝ ਮਿਲ ਜੂ ਬੇਬੇ, ਲੈ ਕੇ ਆਣਾ ਲੈ ਜਾਓ ਤੁਸੀਂ ਆਪਣਾ, ਤੇ ਪਾਈਏ ਆਪਾਂ ਗੱਡੀ 'ਚ ਹੁਣ ਹਸਪੀਟਲ ਲੈ ਕੇ ਚੱਲੀਏ। ਠੀਕ ਆ, ਠੀਕ ਹੈ ਜੀ, ਚਲੋ। ਕੱਪੜੇ ਲੈ ਕੇ ਜਾਣੇ ਆ ਜੀ? ਨਹੀਂ ਨਹੀਂ, ਉੱਥੇ ਜਿਹੜਾ ਕੱਪੜਾ ਸਾਰਾ ਮਿਲ ਜੂਗਾ, ਜਿਹੜੇ ਕੱਪੜੇ ਉੱਥੇ ਉਹਨਾਂ ਨੇ ਬਦਲ ਦੇਣੇ ਆ, ਰਜਾਈਆਂ ਬਿਸਤਰੇ ਉੱਥੇ ਸਾਰੇ ਅਸੀਂ ਦੇਵਾਂਗੇ ਨਵੇਂ, ਹਨਾ। ਠੀਕ ਹੈ ਭਾਈ, ਚੱਲ। ਤੇਰਾ ਆਧਾਰ ਕਾਰਡ ਕਿੱਥੇ, ਕਾਹਦੇ 'ਚ ਆ? ਇਹਦਾ ਆਧਾਰ ਕਾਰਡ ਤੁਹਾਡੇ ਕੋਲੇ ਮਾਤਾ? ਇਹਦਾ ਤੁਸੀਂ ਪਰਸ ਲਿਆ ਸੀ, ਹੁਣ ਪਰਸ 'ਚ ਹੈ ਨਹੀਂ, ਕਿਉਂਕਿ ਉੱਥੇ ਆਧਾਰ ਕਾਰਡ ਦੀ ਲੋੜ ਪੈਣੀ ਹੈ, ਕਿਉਂਕਿ ਉਹਨਾਂ ਨੇ ਟੈਸਟ ਕਰਨਾ ਇਹਦਾ ਕਰੋਨਾ ਦਾ ਜਾਂਦੇ ਸਾਰੀ। ਆਧਾਰ ਕਾਰਡ ਹੈ ਕਿੱਥੇ ਤੇਰਾ, ਪਤਾ ਤੈਨੂੰ? ਆਧਾਰ ਕਾਰਡ ਹੈਗਾ ਕਿੱਥੇ? ਕਾਕਾ ਚੈੱਕ ਕਰੋ ਵਾਲੀ ਉਧਰ ਕਿੱਥੇ ਰਸੋਈ 'ਚ ਦੇਖੋ, ਚੈੱਕ ਕਰੋ ਕਿੱਥੇ ਹੋਊਗਾ ਆਧਾਰ ਕਾਰਡ ਦਾ। ਕੋਈ ਇਹਦੇ ਤਾਂ ਹੈ ਨਹੀਂ। ਤੁਹਾਨੂੰ ਦਿੱਤਾ ਹੋਊ ਬਾਈ ਜਦੋਂ ਕਿਰਾਏ ਤੇ ਲਿਆ ਹੋ ਮਕਾਨ ਨਾ ਇਹਨਾਂ ਨੇ? ਤੇਰਾ ਪਰਸ ਪੁਰਸ 'ਚ ਹੈ ਨਹੀਂ ਕਿਤੇ ਆਧਾਰ ਕਾਰਡ? ਨਹੀਂ ਜੀ ਹੈ ਨਹੀਂ। ਮੁੰਡਾ ਹੁੰਦਾ ਕਿੱਥੇ ਆ? ਤੁਹਾਡੇ ਕੋਲ ਕੱਲ 'ਚ ਦੇਖਾਂ, ਕੱਲ 'ਚ ਉਹ ਡੱਬੇ 'ਚ ਹੈਗਾ ਆ ਫੋਟੋ ਕਾਪੀ ਲਿਆ ਦਿਓ। ਇਹਦੇ 'ਚ ਲੈਣ ਗਏ ਨਹੀਂ ਬਾਈ ਜੀ, ਫੋਟੋ ਕਾਪੀ ਲੈਣ ਗਏ।
ਆਹ ਦਵਾਈਆਂ ਤੂੰ ਕਿੱਥੋਂ ਲੈਣਾ ਇਹੋ ਜਿਹੀਆਂ ਯਾਰ? ਆਹ ਖਾਈ ਜਾਂਦਾ ਰੰਗ ਬਰੰਗੀਆਂ ਜਿਹੀਆਂ। ਮਹਿੰਦਰ ਸਿੰਘ ਤੋਂ ਜਾਣਾ, ਡਾਕਟਰ ਮਹਿੰਦਰ ਸਿੰਘ ਨੇ ਗਿਆ ਕਦੇ? ਉਹ ਵਧੀਆ ਡਾਕਟਰ ਸੀ, ਉਹ ਤੋਂ ਲੈ ਲੈਣਾ ਦਵਾਈ ਦਾ ਯਾਰ, ਉਹਨੇ ਤੈਨੂੰ ਕੈਂਪ ਕਰ ਦੇਣਾ ਸੀ। ਤੇਰੀ HIV ਦੀ ਦਵਾਈ ਸਰਕਾਰੀ ਹਸਪਤਾਲ ਤੋਂ ਚੱਲਦੀ ਸੀ ਭਰਾ, ਸਿਵਲ ਤੋਂ ਹੈ? ਕਾਰਡ ਬਣਿਆ ਹੋਇਆ ਉਹ ਸਿਵਲ ਦਾ? ਕਿੱਥੇ ਆ ਕਾਰਡ ਹੁਣ? ਕਿੱਧਰ ਗਿਆ ਸਾਰਾ ਕੁਝ? ਉਹ ਕਾਰਡ ਜੇ ਹੁੰਦਾ ਉਹਨੇ ਕੰਟੀਨਿਊ ਦਵਾਈ ਤੇਰੀ ਉੱਥੋਂ ਹੀ ਉਹਨਾਂ ਨੇ ਚਾਲੂ ਕਰ ਦੇਣੀ ਸੀ ਫਿਰ, ਕਿਉਂਕਿ ਉਹ ਸਰਕਾਰੀ ਹਸਪਤਾਲ ਤੋਂ ਹੀ ਮਿਲਣੀ ਹੈ ਦਵਾਈ। ਅੱਛਾ ਹੈਗਾ ਫੋਟੋਕਾਪੀ ਹੋ ਜਾਏਗੀ, ਫੋਟੋਕਾਪੀ ਜਿਹੜੀ ਇਹਨੇ ਕਿਰਾਏ ਦੇ ਆਧਾਰ ਕਾਰਡ ਦੀ ਕਾਪੀ ਹਾਂ ਲੈ ਆਇਆ ਹਾਂਜੀ ਇੱਥੋਂ ਲੱਭਿਆ? ਹਾਂਜੀ ਇੱਥੋਂ ਜਾਏਗੀ ਹਾਂਜੀ ਆ ਤੇਰੀ ਫੋਟੋ? ਹਾਂਜੀ ਹਾਂਜੀ ਫੋਟੋ ਕਿਹਦੀ ਫੋਟੋ ਆ? ਆ ਤੇਰੀ ਫੋਟੋ? ਦੇਖੋ ਹਾਂਜੀ ਦੇਖੋ ਕਿੰਨਾ ਵਧੀਆ ਯਾਰ, ਮੈਂ ਵੀ ਮਿਲਿਆ ਹੋਇਆ ਇਹਨੂੰ ਆਪਾਂ ਤਾਂ ਯਾਰ ਹਨਾ। ਇਹ ਮੈਨੂੰ ਲੱਗਦਾ ਉਹ ਨਹੀਂਗਾ ਇਹਦਾ ਫਿਲਟਰ ਠੀਕ ਕਰਨ ਵੀ ਆਉਂਦਾ, ਸਰਵਿਸ ਕਰਨ ਆਉਂਦਾ ਹੁੰਦਾ ਬਾੜੇ ਵਾਲਾ ਹਾਂਜੀ ਹਨਾ, ਬਾੜੇ ਵਾਲੇ ਵੀ ਆਉਂਦਾ ਸਰਵਿਸ ਕਰਨਾ ਫਿਲਟਰਾਂ ਦੀ। ਹਾਂਜੀ ਪਹਿਲਾਂ ਤਾਂ ਬਥੇਰਾ ਸੋਹਣਾ ਸੀ ਵੀਰੇ, ਹਾਂਜੀ ਇੱਥੇ ਹੀ ਰਿਹਾ ਇਹਨਾਂ ਦੀ ਆ ਹੁਣੇ ਵੀ ਹਾਲਤ ਖਰਾਬ ਹੋਈ ਆ। ਦੇਖੋ ਜੀ ਤੁਹਾਡੇ ਘਰੇ ਵੀ ਸ਼ਾਇਦ ਕਿਤੇ ਫਿਲਟਰ ਸਰਵਿਸ ਕਰਨ ਆਇਆ ਹੋਵੇ ਇਹ, ਤੇ ਇਹ ਨੌਜਵਾਨ ਆ ਦੇਖੋ ਕਿੰਨਾ ਸੋਹਣਾ ਹੁੰਦਾ ਸੀ ਕਿਸੇ ਟਾਈਮ। ਕਿਹੜੀ ਫੋਟੋ ਦੀ? ਭੁੱਖ ਲੱਗੀ, ਖਾਣਾ ਪੀਣਾ ਕੁਝ ਭੁੱਖ ਲੱਗੀ ਆ, ਪਾਣੀ ਪਿਆਵਾਂ? ਬੈਂਕ ਦੀ ਇਹ 'ਚ ਹੈਗੇ ਕੋਈ ਪੈਸੇ? ਲਾਸਟ ਗਿਆ ਜੀ 24/1/22 ਨੂੰ ਹਾਂਜੀ ਮੇਰੇ ਕੋਲੇ ਆ ਗਈ, ਠੀਕ ਹੋ ਇਹ ਭੈਣੇ ਆ ਸਾਰਾ ਕੁਝ ਤੁਸੀਂ ਸਾਂਭਣਾ ਇਹਦਾ ਹੈ ਨਾ। ਹੁਣ ਘਰ-ਬਾਰ ਦਾ ਜ਼ਿੰਮੇਵਾਰੀ ਤੁਹਾਡੀ ਆ, ਤੇ ਇੱਕ ਜਦ ਤੱਕ ਇਹ ਥੋੜਾ ਕਾਇਮ ਨਹੀਂ ਹੁੰਦਾ ਹਨਾ, ਜਿੰਨਾ ਵੀ ਸਮਾਨ ਪਿਆ ਤੁਸੀਂ ਵੀ ਬਾਈ ਜ਼ਿੰਮੇਵਾਰੀ ਰੱਖਣੀ ਆ ਹਨਾ, ਕਿਉਂਕਿ ਆਪਾਂ ਇਹ ਨਾ ਹੋਵੇ ਹਨਾ, ਕੋਈ ਵੀ ਚੀਜ਼ ਇਹਨਾਂ ਦੀ ਇੱਧਰ ਉੱਧਰ ਨਾ ਹੋਵੇ ਮੇਰਾ ਵੀਰ। ਜਦ ਤੱਕ ਚਲੋ ਥੋੜਾ ਕਾਇਮ ਜਿਹਾ ਹੋ ਜਾਊਗਾ ਫਿਰ ਇਹ ਆਪੇ ਸਾਂਭ ਲੂਗਾ। ਚਲੋ ਆਧਾਰ ਕਾਰਡ ਦੀ ਕਾਪੀ ਮਿਲ ਗਈ ਆਪਾਂ ਨੂੰ, ਹਸਪੀਟਲ ਉੱਥੇ ਚੱਲ ਜੂਗਾ ਕੰਮ ਇਹਦੇ ਨਾਲ ਹਨਾ, ਬਾਕੀ ਦੀ ਤਾਂ ਲੋੜ ਨਹੀਂ ਜੀ। ਹਾਂ ਦੇਖ ਲੈ ਹਾਂਜੀ, ਆਧਾਰ ਕਾਰਡ ਦੀ ਕਾਪੀ ਮਿਲ ਗਈ ਹੈ ਭੈਣੇ, ਆ ਹੈਗਾ ਵੋਟਰ ਕਾਰਡ ਹੈਗਾ। ਚੈੱਕ ਕਰ ਚੰਗੀ ਤਰ੍ਹਾਂ ਨਾਲ ਇਹਦੇ ਜੀ ਪਾ ਲਈ। ਚਲਿਏ ਹਸਪਤਾਲ। ਵਾਹਿਗੁਰੂ ਮੇਰ ਕਰਨਗੇ ਸੱਚੇ ਪਾਤਸ਼ਾਹ। ਅੱਛਾ ਇੱਧਰ ਪਿੱਛੇ, ਇਹਦੇ ਪਿੱਛੇ ਵੀ ਗੇਟ ਆ ਜੀ, ਇੱਧਰ ਵੀ ਨਿਕਲਦਾ, ਇੱਧਰ ਵੀ ਰਾਹ ਵਾ ਉਹਦੀ ਬੈਕ ਤੇ। ਹਾਂਜੀ ਦੁਕਾਨ ਜੀ ਇੱਕ ਬਣੀ ਹੈ ਅੱਛਾ ਉਹਦੇ ਵਿੱਚ ਜੀ। ਜਿਹੜੇ ਮਾਲਕ ਉਹਦੇ ਬੈਕ ਤੇ ਰਹਿੰਦੇ ਨੇ, ਕਿਉਂਕਿ ਚਾਹ ਬਣੀ ਹਾਂ ਬਾਹਰ ਕਰਾ ਕੇ ਕਰ ਲੈਣਾ, ਸਾਈਨ ਕਰਾ ਲੈਣਾ ਪੁੱਤ ਹਨਾ, ਬਾਹਰ ਕਰਾ ਲੈਣਾ ਸਾਈਨ। ਸਾਰੇ ਮਹੱਲੇ ਤੇ ਕਰਾ ਲੈਂਦੇ, ਚਾਹ ਪਾਣੀ ਨਹੀਂ ਆਉਂਦੇ ਆ ਜੀ। ਕੋਈ ਨਾ ਗੱਡੀ ਆ ਗਈ ਬਾਹਰ ਜੀ। ਹਾਂਜੀ ਠੀਕ ਹੈ ਜੀ। ਬਸ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ, ਅਰਦਾਸ ਕਰਿਓ ਸ਼ਿਵਾ ਵਾਸਤੇ, ਅਰਦਾਸ ਕਰਿਓ। ਸੁਭਾਸ਼ ਦਾ ਨਾਮ ਪੱਕਾ, ਛੋਟਾ ਨਾਂ ਸ਼ਿਵਾ ਵਾ। ਵਾਟਰ ਫਿਲਟਰਾਂ ਦਾ ਕੰਮ ਕਰਦਾ ਸੀ ਇਹ ਵੀਰ। ਇਹਦੇ ਘਰ ਦੇ ਵਿੱਚ ਫਿਲਟਰਾਂ ਦੀਆਂ ਚੇਨਾਂ ਲੱਗੀਆਂ ਪਈਆਂ, ਇੰਨੇ ਫਿਲਟਰ ਪਏ, ਫਿਲਟਰਾਂ ਦਾ ਸਮਾਨ ਪਿਆ ਹਨਾ, ਤੇ ਮੈਨੂੰ ਲੱਗਦਾ ਵੀ 2-4 ਲੱਖ ਰੁਪਏ ਦਾ ਸਮਾਨ ਇਹਦੇ ਕੋਲ ਇੱਥੇ ਹੀ ਪਿਆ ਦੁਕਾਨ ਦੇ ਵਿੱਚ। ਦੇਖੋ ਕਿੰਨੇ ਆ ਫਿਲਟਰ ਐਕਵਾਗਾਰਡ ਦੇ ਹਨਾ, ਸਾਰੇ ਕੰਪਨੀਆਂ ਦੇ ਵਧੀਆ। ਫਿਰ ਉਹਨਾਂ ਦੇ ਜਿੰਨੇ ਵੀ ਉਹਨਾਂ ਦੇ ਅੱਗੋਂ ਪਾਰਟਸ ਹੁੰਦੇ ਨੇ ਹਨਾ, ਤੇ ਉਹ ਸਾਰੀਆਂ ਚੀਜ਼ਾਂ ਇੱਥੇ ਪਈਆਂ ਨੇ। ਵਾਟਰ ਠੀਕ ਕਰਕੇ ਵਾਟਰ ਫਿਲਟਰ ਉਹਨਾਂ ਨੂੰ ਹਨਾ ਅੱਗੋਂ ਵੇਚਦਾ ਸੀ, ਜਾਂ 2-3 ਕੰਪਨੀਆਂ ਦਾ ਇਹਦੇ ਕੋਲੇ। ਨਹੀਂ ਇਹ ਮਾਤਾ ਨੂੰ ਦੇ ਦੇ, ਆਪਾਂ ਨੂੰ ਬਸ ਆਹ ਲੈਣੇ ਆ ਬਸ। ਆ ਬਾਕੀ ਇੱਕ ਫੋਟੋਆਂ ਕੱਢ ਲਓ ਇਹਦੀਆਂ ਬਾਈ ਦੀਆਂ, 1-2 ਹਨਾ, ਜਿਹੜੀਆਂ 2 ਤਰ੍ਹਾਂ ਦੀਆਂ ਫੋਟੋਆਂ ਦੋਨੇ ਕੱਢ ਲਓ। BP ਚੈੱਕ ਕੀਤਾ? ਲਿਆਂਦੀ ਮਸ਼ੀਨ ਗੱਡੀ 'ਚ ਪਈ ਆ? ਲਿਆਉਣੀ ਸੀ ਯਾਰ ਵੇਲੇ। ਦੇਖੋ ਆ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਬੰਦਾ ਲੱਖਾਂ 'ਚ ਇਕੱਲਾ। ਪੈਸਾ ਵੀ ਹੈਗਾ, ਪੈਸਾ ਇਹ ਨਹੀਂ ਹੈਗਾ, ਦੇਖੋ ਪੈਸਾ ਹੀ ਹੈ ਨਾ। ਸਾਰੀਆਂ ਚੀਜ਼ਾਂ ਵੇਚ ਕੇ ਤੇ ਆ ਮੈਮਰੀਆਂ ਵਗੈਰਾ ਜਿਹੜੇ ਹੁੰਦੀਆਂ ਵਾ, ਸਾਰਾ ਸਮਾਨ ਦੇਖੋ। ਇਹ ਬੰਦਾ ਸਰਟੀਫਾਈਡ ਆ ਮੰਨ ਲਓ ਇਸ ਕੰਮ ਦੇ ਵਿੱਚ ਭਾਜੀ। ਪਰ ਪਰਿਵਾਰ ਵੱਲੋਂ ਨਾ ਕਹਿੰਦੇ ਮਾਤਾ ਜੀ ਨੂੰ ਭੇਟਾ ਇਹ ਵੀ ਸੇਵਾ ਵਾਸਤੇ। ਨਹੀਂ ਅਸੀਂ ਕੋਈ ਸੇਵਾ ਨਹੀਂ ਜੀ। ਮਾਤਾ ਜੀ ਨੂੰ ਕਹਿੰਦੇ ਤੁਸੀਂ ਆਪਣੇ ਹੱਥ। ਕਿਹੜੀ ਮਾਤਾ ਜੀ? ਆਹੀ ਜਿਹੜੇ ਇਹਨਾਂ ਦੀ ਮੰਮੀ ਨੂੰ ਦੇਣੇ? ਹਾਂਜੀ ਕਹਿੰਦੇ ਤੁਸੀਂ ਆਪਣੇ ਹੱਥ ਨਾਲ। ਆਜੋ ਇੱਕ ਮਿੰਟ ਦੇ ਦਿਓ ਮਾਤਾ ਜੀ ਨੂੰ। ਆਜੋ ਮਾਤਾ ਜੀ। ਉਹ ਕਹਿੰਦੇ ਵੀ ਆ ਲੈ ਮਾਤਾ, ਕਿੰਨੇ ਪੈਸੇ ਬੇਬੇ? 5000 ਰੁਪਏ ਤੁਹਾਨੂੰ ਮਦਦ ਆ ਜੀ। ਇਹਦੇ ਮਗਰ ਖੜੋ, ਸਾਥ ਦਿਓ ਹੁਣ ਇਹਦਾ ਪੁੱਤ ਦਾ ਆਪਦੇ ਦਾ, ਠੀਕ ਆ? ਕੋਈ ਕਿਰਾਇਆ ਭਾੜਾ ਘਰ 'ਚ ਕੋਈ
ਇਹ ਇਲਾਜ 'ਚ ਇਹਨਾਂ ਦਾ ਕੋਈ ਰੁਪਈਆ ਨਹੀਂ ਲੱਗਣਾ ਜੀ, ਠੀਕ ਆ। ਤੁਸੀਂ ਆਪਣੀ ਰੋਟੀ ਪਾਣੀ ਆਪਦੇ ਵਾਸਤੇ ਤੁਸੀਂ ਵਰਤ ਲਓ, ਇਲਾਜ 'ਚ 1 ਰੁਪਈਆ ਨਹੀਂ ਤੁਹਾਡਾ ਖਰਚ ਆਉਣਾ। ਇਹ 5000 ਰੁਪਈਆ ਤੁਹਾਡੇ ਵਾਸਤੇ। ਨਹੀਂ ਕੋਈ ਨਾ ਮਾਂ ਕ੍ਰਿਸ਼ਨਾ ਮਾਤਾ, ਇਹ ਕੋਈ ਦੇਣੇ ਲੈਣੇ ਦੇ ਸੰਬੰਧ ਆ ਲੋਕਾਂ ਨਾਲ ਤੇਰੇ, ਠੀਕ ਆ। ਅਸੀਂ ਰੋ ਨਾ ਕੋਈ ਨਾ। ਨਹੀਂ ਹੁੰਦਾਗਾ। ਕਈ ਵਾਰੀ ਜ਼ਿੰਦਗੀ 'ਚ ਕੁਝ ਹਾਲਾਤ ਇਦਾਂ ਦੇ ਬਣ ਜਾਂਦੇ ਆ ਮਾਂ, ਕਿਸੇ ਨਾਲ ਵੀ ਹੋ ਸਕਦੇ। ਜਿਹੜੀ ਤੇਰੇ ਨਾਲ ਹੋਈ ਆ ਨਾ, ਇਹ ਵੀ ਸੇਵਾ ਹੀ ਉਹ ਕਿਸੇ ਨਾਲ ਵੀ ਹੋ ਜਾਂਦੀ ਹੈ। ਕਰਦੇ ਆ ਕੋਈ ਕਹਿੰਦਾ ਸਾਨੂੰ ਵੀ ਮੌਕਾ ਦੇ ਇੰਨਾ। ਬਹੁਤ ਧੰਨਵਾਦ। ਸੇਵਾ ਜਥੇਬੰਦੀ ਜਿੰਦਾਬਾਦ। ਉਹ ਨਾ ਜੀ ਮੁਕਤਾ ਦੀ ਸੇਵਾ ਜਥੇਬੰਦੀ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। ਮੁਕਤਾ ਦੀ ਸੇਵਾ ਜਥੇਬੰਦੀ ਹਸਨਪੁਰ ਜਿੰਦਾਬਾਦ ਵਾਹਿਗੁਰੂ ਵਾਹਿਗੁਰੂ। ਨਾ ਭਾਈ ਨਾ ਮਿੰਟੂ ਭਾਜੀ ਜਿੰਦਾਬਾਦ ਜਿੰਦਾਬਾਦ। ਇਹ ਜੀ ਇਸ ਟਾਈਮ ਵੋਟਾਂ ਦਾ ਦੌਰ ਚੱਲਦਾ, ਬਾਈ ਹੁਣਾਂ ਦੇ ਦਿਮਾਗ ਦੇ ਵਿੱਚ ਸਿਸਟਮ ਆਉਣਾ। ਜਿਹੜੀ ਇਹ ਸੇਵਾ ਜੀ ਤੁਹਾਡੀ, ਧੰਨਵਾਦ ਆ ਬਾਈ ਤੁਹਾਡਾ, ਤੁਸੀਂ ਮਾਣ ਕੀਤਾ, ਥੈਂਕ ਯੂ। ਵਰਗੇ ਤੁਸੀਂ ਆਏ ਹੋ ਜੀ, ਬਾਈ ਤੁਹਾਡਾ ਮਾਣ ਹੀ ਬਹੁਤ ਆ। ਦੇਖੋ ਤੁਸੀਂ ਸਾਡੇ ਕੋਲੇ 5 ਪਰਮੇਸ਼ਰ ਹੁੰਦੇ, ਤੁਸੀਂ 5-7 ਬੰਦੇ ਸਾਡੇ ਕੋਲ ਗਏ ਯਾਰ, ਸਾਡਾ ਵੀ ਫਰਜ਼ ਬਣਦਾ ਸੀਗਾ। ਤੁਸੀਂ ਇੰਨਾ ਐਫਰਟ ਕਰ ਸਕਦੇ ਹੋ ਆਮ ਬੰਦੇ ਹੋ ਕੇ। ਥੈਂਕ ਯੂ ਬਾਈ। ਜਿੰਦਾਬਾਦ ਵਾਲਾ ਤਾਂ ਪ੍ਰਮਾਤਮਾ ਕਿਰਪਾ ਕਰਨ। ਸੇਵਾ ਤੁਹਾਡੀ ਜਿੰਦਾਬਾਦ। ਨਹੀਂ ਥੈਂਕ ਯੂ ਤੁਹਾਡਾ ਬਾਈ, ਬਹੁਤ ਧੰਨਵਾਦ ਸਾਰਿਆਂ ਦਾ ਜੀ। ਤੇ ਅਸੀਂ ਹੁਣ ਵੀਰ ਨੂੰ ਲੈ ਕੇ ਚੱਲੇ ਹਾਂ ਜੀ ਹਸਪੀਟਲ, ਐਡਮਿਟ ਕਰਵਾਵਾਂਗੇ। ਤੁਸੀਂ ਵੀ ਆਪਣੇ ਆਸ-ਪਾਸ ਖਿਆਲ ਰੱਖਿਆ ਕਰੋ। ਦੇਖੋ ਕਈ ਵਾਰੀ ਬੰਦਾ ਇਕੱਲਾ ਹੀ ਹਾਰ ਜਾਂਦਾ ਅੰਦਰ, ਹਨਾ। ਇਹਨਾਂ ਨੇ ਜਦੋਂ ਧਿਆਨ ਦਿੱਤਾ, ਮਹੱਲੇ ਵਾਲਿਆਂ ਨੇ ਨੋਟਿਸ ਲਈ ਗੱਲ ਵੀ 2-3 ਦਿਨਾਂ ਦੇ ਅਖਬਾਰ ਵੀ ਬਾਹਰ ਹੀ ਪਏ ਆ ਵੀ ਅੰਦਰ ਕੀ ਹਾਲਾਤ ਆ, ਤਾਂ ਦਰਵਾਜ਼ਾ ਭੰਨ ਕੇ ਅੰਦਰ ਬੜੇ, ਮਾਲਕ ਨੂੰ ਬੁਲਾਇਆ। ਫਿਰ ਸਾਰਿਆਂ ਨੇ ਇਕੱਠੇ ਹੋ ਕੇ ਐਫਰਟ ਕੀਤਾ। ਰਾਤ 12:30 ਵਜੇ ਦੇ ਵੀਰ ਇਕੱਠੇ ਹੋ ਕੇ ਸਾਡੇ ਕੋਲੇ ਗਏ, ਥਾਣੇ ਗਏ। ਆਪਣੇ ਵੱਲੋਂ ਇਹਨਾਂ ਨੇ ਪੂਰੀ ਕੋਸ਼ਿਸ਼ ਕੀਤੀ, ਉਹਦੇ ਪਰਿਵਾਰ ਨਾਲ ਸੰਪਰਕ ਕੀਤਾ। ਹੁਣ ਇੱਕਦਮ ਇਦਾਂ ਬੰਦੇ ਨੂੰ ਚੱਕ ਕੇ ਐਡਮਿਟ ਵੀ ਨਹੀਂ ਕਰਾਇਆ ਜਾ ਸਕਦਾ। ਹੁਣ ਕੀ ਕਾਰਨ ਸੀ, ਕੀ ਗੱਲ ਸੀ, ਹਨਾ। ਇਹ ਸਾਰੀਆਂ ਚੀਜ਼ਾਂ ਇਹਨਾਂ ਦੇ ਸਮਝ 'ਚ ਨਹੀਂ ਸੀ ਆ ਰਹੀਆਂ, ਪਰ ਸ਼ਾਮ ਹੁੰਦੇ ਸਾਰੀਆਂ ਚੀਜ਼ਾਂ ਕਲੀਅਰ ਵੀ ਹੋ ਗਈਆਂ। ਉਹਦੇ ਮੰਮੀ ਤੇ ਭੈਣ ਤੇ ਉਹਦੇ ਜੀਜਾ ਵੀ ਆ ਗਏ ਇੱਥੇ। ਉਹਦੇ ਤੁਸੀਂ ਦੇਖਿਆ ਬ੍ਰਦਰ ਇਨ ਲਾਅ ਨਾਲ ਵੀ ਗੱਲ ਹੋ ਗਈ ਹੈ ਨਾ। ਉਹਨਾਂ ਨੇ ਵੀ ਦੱਸਿਆ ਵੀ ਸਮੱਸਿਆ ਜਿਹੜੀ ਹੈਗੀ ਆ ਹੋਰ ਆ ਕੁਝ, ਤੇ ਉਹ ਵੀਰ ਵੀ ਆਪ ਮੰਨਦਾ ਵਾ ਵੀ ਮੈਨੂੰ ਬਿਮਾਰੀ ਹੈ ਜਿਹੜੀ ਉਹ ਇਸ ਤਰ੍ਹਾਂ ਦੀ ਹੈ, ਜਿਹੜੀ ਬੜੀ ਦੁੱਖਦਾਈ ਗੱਲ ਆ ਇਹ ਸਾਡੇ ਸਮਾਜ ਦੀਆਂ। ਇਹ ਬੜਾ ਮਾੜਾ ਪਹਿਲੂ ਹੈ ਇੱਕ, ਪਰ ਹਰ ਬੰਦਾ ਇਹ ਤੋਂ ਪਿੱਛਾ ਛਡਾਉਣ ਦੀ ਕੋਸ਼ਿਸ਼ ਕਰਦਾ। ਤੇ ਇਹ ਬਿਮਾਰੀ ਕੋਈ ਛੂਤ ਦੀ ਬਿਮਾਰੀ ਨਹੀਂ ਵੀ ਹੱਥ ਲਾਉਣ ਨਾਲ ਹੋ ਜਾਂਦੀ ਹੈ ਜਾਂ ਕੁਝ ਹੋਰ ਆ, ਠੀਕ ਆ। ਉਹਦੇ ਕਰਮਾਂ ਦੇ ਵਿੱਚ ਪਤਾ ਨਹੀਂ ਉਹਨੇ ਕਿਹੜੇ ਚੰਗੇ ਮਾੜੇ ਕਰਮ ਕੀਤੇ ਸੀ, ਉਹਨੂੰ ਸਜ਼ਾ ਮਿਲੀ ਹੋਈ ਆ। ਪਰ ਇਸ ਬੰਦੇ ਦੀ ਵੀ ਜ਼ਿੰਦਗੀ ਜਿਉਣ ਦਾ ਉਨਾ ਹੀ ਹੱਕ ਆ ਜਿੰਨਾ ਸਾਡਾ। ਜੇ ਮਰਡਰ ਕਰਨ ਵਾਲਾ ਬੰਦਾ ਵੀ 10-10 ਕਤਲ ਕਰਕੇ ਵੀ ਬੰਦਾ ਇੱਥੇ ਸਮਾਜ 'ਚ ਘੁੰਮ ਰਿਹਾ ਵਾ, ਉਹਨੂੰ ਵੀ ਕੋਰਟ ਜੇ ਬਰੀ ਕਰ ਦਿੰਦੀ ਹੈ। ਸਾਡੇ ਇੱਥੇ ਇੰਨਾ ਕਾਨੂੰਨ ਆ। ਤੇ ਜੇ ਇਸ ਬੰਦੇ ਨੇ ਕਿਤੇ, ਪਰ ਉਹਦੀ ਜ਼ਿੰਦਗੀ ਜਿਉਣ ਦਾ ਉਹਦਾ ਫਰਜ਼ ਜਿਹੜਾ ਉਹਦਾ ਹੱਕ ਬਣਦਾ, ਉਹ ਤਾਂ ਉਹਨੂੰ ਦੇਣਾ ਚਾਹੀਦਾ ਨਾ। ਤੇ ਅੱਜ ਇਸ ਮੁਹੱਲਾ ਨਿਵਾਸੀਆਂ ਨੇ ਸਾਰਿਆਂ ਨੇ ਇਹ ਕੋਸ਼ਿਸ਼ ਕੀਤੀ ਆ। ਤੇ ਅਸੀਂ ਵੀ ਇਹਦੇ ਆ ਕੇ ਇਹਦਾ ਇੱਕ ਛੋਟਾ ਜਿਹਾ ਹਿੱਸਾ ਅਸੀਂ ਵੀ ਬਣੇ ਆ। ਅਸੀਂ ਹੁਣ ਵੀਰ ਨੂੰ ਹਸਪੀਟਲ ਦਾਖਲ ਕਰਾਉਣ ਲੱਗੇ ਆ, ਦੀਪਕ ਹਸਪਤਾਲ ਦੇ ਵਿੱਚ। ਤੁਹਾਡੀਆਂ ਦੁਆਵਾਂ ਤੇ ਤੁਹਾਡੀਆਂ ਅਰਦਾਸਾਂ ਦੀ ਜ਼ਰੂਰਤ ਹੈ ਇਸ ਟਾਈਮ, ਕਿਉਂਕਿ ਉਹ ਜਿਹੜੀ ਹਾਲਤ 'ਚ ਵੀਰ ਅੰਦਰ ਪਿਆ, ਤੇ ਉਹ ਸਮਾਂ ਹੀ ਸੀ ਜਿਹੜਾ ਹੁਣ ਅੱਜ ਜਿਹੜਾ ਸਹੀ ਸਮੇਂ ਤੇ ਸਾਰਾ ਕੁਝ ਹੋ ਰਿਹਾ। ਤੇ ਅਰਦਾਸ ਕਰਿਓ ਕਿ ਅਸੀਂ ਉਹ ਵੀਰ ਦੀ ਸੇਵਾ ਸੰਭਾਲ ਕਰ ਸਕੀਏ, ਉਹਦਾ ਪਰਿਵਾਰ ਉਹਦੇ ਨਾਲ ਖੜ ਸਕੇ, ਉਹਨਾਂ ਨੂੰ ਵੀ ਮਹਾਰਾਜ ਹਿੰਮਤ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਆਉਂਦੇ ਲੈ ਕੇ ਛੱਡ ਕੇ ਜਾਏ। ਸ਼ੈਲੀ ਨੂੰ ਗਿਆ ਸੀ ਕਿੱਥੇ ਆ, ਦੇਖੋ ਤੇ ਸ਼ੈਲੀ ਕਿੱਥੇ, ਸ਼ੈਲੀ ਘਰੇ ਚੱਲ ਗਿਆ। ਆ ਲੈ ਕੇ ਕਰਤਾ ਬੰਦ ਬਸ। ਠੀਕ ਹੈ ਜੀ, ਅਸੀਂ ਹੁਣ ਇਹਨੂੰ ਵੀਰ ਨੂੰ ਲੈ ਕੇ ਜਾ ਰਹੇ ਹਾਂ ਜੀ ਆਪਣੇ ਨਾਲ। ਤੇ ਬਾਸ਼ਾ ਨਹੀਂ ਕਰਨ, ਬਸ ਫਿਕਰ ਨਾ ਕਰ ਬਾਈ, ਬਿਲਕੁਲ ਠੀਕ ਹੋ ਜਾਣਾ ਤੂੰ, ਬਿਲਕੁਲ। ਹੁਣ ਤੈਨੂੰ ਬਚਾਉਣ ਲਈ ਸੰਗਤ ਆਈ ਹੈ। ਵਾਹਿਗੁਰੂ ਦਾ ਰੂਪ ਹੁੰਦੀ ਹੈ ਸੰਗਤ। ਵਾਹਿਗੁਰੂ ਨੇ ਆਪ ਕਿਰਪਾ ਕੀਤੀ ਤੇਰੇ ਤੇ।